ਸ਼ਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪੁਨਾ ਨਾਨਕ ਤੇ ਭਗਵੰਤ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪੁਨਾ ਨਾਨਕ ਤੇ ਭਗਵੰਤ ਪੌੜੀ ਮਮਾ ਜਾਹੂ ਮਰਮ ਪਛਾਨਾ ਭੇਟਤ ਸਾਧ ਸੰਗ ਪਤੀਆਨਾ ਦੁਖ ਸੁਖ ਵਾਕੈ ਸਮਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸ਼ੇਖਾ ਵਾਰਸ ਮਹਿ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤਿਹ ਮਾਇਆ ਵਾਰਸ ਮਹਿ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤਿਹ ਮਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਦੀ ਲੜੀਵਾਰ ਕਥਾ ਵਿਚਾਰ ਆਪ ਜੀ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸ਼ਰਵਣ ਕਰਦੇ ਹੋ। ਇਸ ਪਾਵਨ ਬਾਣੀ ਦੀ 42 ਨੰਬਰ ਪੌੜੀ ਅਤੇ ਸੰਬੰਧਿਤ ਸ਼ਲੋਕ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਉਹਨਾਂ ਨੂੰ ਪੂਰੀ ਮੱਤ ਵਾਲੇ, ਪੂਰੀ ਮੱਤ ਦਾ ਭਾਵ ਹੁੰਦਾ ਹੈ ਜਿਨ੍ਹਾਂ ਨੂੰ ਆਪਣੇ ਜੀਵਨ ਦੀ ਸਹੀ ਸੂਝ ਤੇ ਸਹੀ ਸਮਝ ਹੈ। ਵੈਸੇ ਤਾਂ ਸੰਸਾਰ ਦਾ ਹਰ ਮਨੁੱਖ ਹੀ ਆਪਣੀ ਮੱਤ ਮੁਤਾਬਕ ਜਿੰਨੀ ਜਿੰਨੀ ਕਿਸੇ ਨੂੰ ਸੋਝੀ ਹੈ, ਜਿੰਨੀ ਕੁ ਮੱਤ ਹੈ, ਅਕਲ ਹੈ, ਉਸ ਮੁਤਾਬਕ ਆਪਣਾ ਜੀਵਨ ਜਿਉਣ ਦਾ ਯਤਨ ਕਰ ਰਿਹਾ ਹੈ। ਤੇ ਮਨੁੱਖ ਆਪਣੀ ਜਿੰਨੀ ਕੁ ਦੀ ਸਮਰੱਥਾ ਹੈ ਸੋਚਣ ਦੀ, ਉਸ ਨੂੰ ਪੂਰਾ ਮੰਨਦਾ ਹੈ ਕਿ ਮੈਂ ਸਭ ਜਾਣਦਾ ਹਾਂ, ਠੀਕ ਹਾਂ। ਭਾਵ ਓਨੀ ਕੁ ਮੱਤ ਦੀ ਉਹ ਹਉਮੈ ਵੀ ਪਾਲ ਕੇ ਆਪਣੇ ਜੀਵਨ ਵਿੱਚ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਐਸੀ ਨਿਜ ਮੱਤ ਦੀ ਹਉਮੈ ਪਾਲਣ ਵਾਲੇ ਮਨੁੱਖਾਂ ਬਾਬਤ ਬਾਣੀ ਵਿੱਚ ਆਖਦੇ ਹਨ, ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ। ਕਹਿੰਦੇ ਨੇ ਸੰਸਾਰ ਦੇ ਐਸੇ ਲੋਕ ਜਿਹੜੇ ਆਪਣੇ ਆਪ ਨੂੰ ਚਾਤੁਰ ਚਲਾਕ ਤੇ ਹੁਸ਼ਿਆਰ ਵੀ ਮੰਨਦੇ ਹਨ, ਸੁਚੇਤ ਵੀ ਮੰਨਦੇ ਹਨ, ਪਰ ਉਹਨਾਂ ਨੂੰ ਮੈਂ ਵੇਖਦਾ ਹਾਂ, ਗੁਰੂ ਮਹਾਰਾਜ ਆਖਦੇ ਨੇ ਕਿ ਜਾਗਦਿਆਂ ਹੀ ਲੁੱਟੇ ਜਾ ਰਹੇ ਹਨ। ਭਾਵ ਅਕਲ ਮਤ ਸੋਝੀ ਹੋਣ ਦਾ ਦਾਅਵਾ ਕਰਦਿਆਂ ਹੋਇਆਂ ਵੀ ਉਹਨਾਂ ਮਨੁੱਖਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਵੱਡੇ ਘਾਟੇ ਸਹਿਣੇ ਪੈ ਰਹੇ ਹਨ। ਤੇ ਇਸ ਭਾਵ ਨੂੰ ਗੁਰੂ ਪਾਤਸ਼ਾਹ ਬਾਣੀ ਵਿੱਚ ਵਰਤ ਕੇ ਇਹ ਦੱਸਣ ਦਾ ਯਤਨ ਕਰ ਰਹੇ ਨੇ ਕਿ ਇਸ ਦਾ ਮਤਲਬ ਇਹ ਹੋਇਆ ਕਿ ਮਨੁੱਖ ਕੁਝ ਹੱਦ ਤੱਕ, ਕੁਝ ਲਿਮਟ ਵਿੱਚ ਰਹਿ ਕੇ ਹੀ ਸੋਚਦਾ ਹੈ ਤੇ ਆਪਣੇ ਜੀਵਨ ਪ੍ਰਤੀ ਘੱਟੋ ਘੱਟ ਸੁਚੇਤ ਨਹੀਂ ਹੈ।
ਇਸੇ ਕਰਕੇ ਉਹ ਜੀਵਨ ਵਿੱਚ ਐਸੇ ਕਰਮ ਵੀ ਕਰਦਾ ਹੈ ਜਿਨ੍ਹਾਂ ਦੇ ਨਾਲ ਉਸ ਦਾ ਆਪਣਾ ਜੀਵਨ ਵੀ ਵਿਕਾਰਾਂ ਦੇ ਝੂਠ ਦੇ ਢਹੇ ਚੜ੍ਹ ਜਾਂਦਾ ਹੈ ਤੇ ਉਸ ਦਾ ਜੀਵਨ ਨਮੋਸ਼ੀ ਦਾ ਕਾਰਨ ਬਣ ਜਾਂਦਾ ਹੈ। ਇਸ ਦਾ ਭਾਵ ਹੈ ਕਿ ਮਨੁੱਖ ਜਦੋਂ ਆਪਣੀ ਨਿਜ ਮਤ ਦੀ ਹਉਮੈ ਪਾੜ ਲੈਂਦਾ ਹੈ ਤਦੋਂ ਉਸ ਹਉਮੈ ਦਾ ਸਦਕਾ ਹੋਰ ਕੁਝ ਸਮਝਣ ਤੇ ਬੁੱਝਣ ਦੇ ਉਸ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ। ਜੇ ਮੈਂ ਇਹ ਮੰਨ ਲਵਾਂ ਕਿ ਜੋ ਮੈਂ ਹਾਂ ਸੋ ਠੀਕ ਹੀ ਹਾਂ, ਤਾਂ ਕੁਝ ਹੋਰ ਚੰਗਾ ਸਿੱਖਣ ਦੀ ਭਾਵਨਾ ਮੇਰੇ ਅੰਦਰ ਨਹੀਂ ਪੈਦਾ ਹੋਏਗੀ, ਕੁਝ ਹੋਰ ਚੰਗਾ ਗਿਆਨ ਗ੍ਰਹਿਣ ਕਰਨ ਦੀ ਮੇਰੇ ਅੰਦਰ ਆਦਤ ਨਹੀਂ ਬਣੇਗੀ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਵਾਰ ਹਰੀਕੇ ਨਗਰ ਵਿੱਚ ਟਿਕਦੇ ਹਨ। ਇੱਥੇ ਸਤਿਗੁਰੂ ਜੀ ਕੁਝ ਸਮਾਂ ਰਹੇ। ਇੱਥੇ ਉਹਨਾਂ ਦਾ ਇੱਕ ਪੁਰਾਣਾ ਜਾਣਕਾਰ ਸੀ ਜਿਹੜਾ ਇਲਾਕੇ ਦਾ ਚੌਧਰੀ ਸੀ, ਉਹਦਾ ਨਾਂ ਸੀ ਚੌਧਰੀ ਬਖਤਾਵਰ। ਸਤਿਗੁਰੂ ਪਾਤਸ਼ਾਹ ਇੱਥੇ ਆਏ ਔਰ ਸੰਗਤ ਜੁੜੀ। ਮਹਾਰਾਜ ਇਸ ਤਰ੍ਹਾਂ ਉੱਚੀ ਜਗ੍ਹਾ ਉੱਤੇ ਬੈਠ ਕੇ ਸੰਗਤ ਨੂੰ ਉਪਦੇਸ਼ ਦੇ ਰਹੇ ਸਨ। ਬਾਕੀ ਸੰਗਤ ਬੜੇ ਆਰਾਮ ਸਹਿਜ ਨਾਲ ਇਸ ਤਰ੍ਹਾਂ ਜ਼ਮੀਨ ਉੱਤੇ ਜੋ ਉਸ ਸਮੇਂ ਥੱਲੇ ਵਿਛਾਈ ਕਰਕੇ ਬੈਠੀ ਹੋਈ ਸੀ। ਗੁਰੂ ਮਹਾਰਾਜ ਦੀ ਸੰਗਤ ਦਾ ਇੱਕ ਨਿਯਮ ਹੈ, ਅਸੂਲ ਹੈ, ਬਿਨਾਂ ਭੇਦ ਭਾਵ ਦੇ, ਬਿਨਾਂ ਊਚ ਨੀਚ ਦੇ ਖਿਆਲ ਔਰ ਵਿਚਾਰ ਤੋਂ ਸਰਬ ਸਾਂਝਾ ਭਾਵ ਮਨ ਵਿੱਚ ਰੱਖ ਕੇ ਸਭਨਾਂ ਨੂੰ ਰੱਬ ਦੀ ਰਿਆਇਆ ਜਾਣ ਕੇ ਬਰਾਬਰਤਾ ਦਾ ਸਲੂਕ ਕਰਦਿਆਂ ਹੋਇਆਂ ਬੈਠੋ। ਜਿਹੜਾ ਇਸ ਅਸੂਲ ਦਾ ਪਾਬੰਦ ਨਹੀਂ ਹੈ ਉਹ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨ ਦੇ ਪਹਿਲੇ ਪੜਾਅ ਉੱਤੇ ਹੀ ਫੇਲ ਹੋ ਜਾਂਦਾ ਹੈ। ਕਿਉਂਕਿ ਪਹਿਲਾ ਨਿਯਮ ਹੈ ਕਿ ਮੈਂ ਗੁਰੂ ਕੋਲ ਆਉਂਦਾ ਹਾਂ, ਗੁਰੂ ਕੋਲ ਆਉਂਦਿਆਂ ਹੋਇਆਂ ਮੈਂ ਆਪਣਾ ਜੀਵਨ ਆਪਣਾ ਸਮਾਂ ਗੁਰੂ ਨੂੰ ਸਮਰਪਿਤ ਕਰਦਾ ਹਾਂ। ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋਏ ਸਾਰੇ ਲੋਕਾਂ ਨੂੰ ਚੰਗਿਆਂ ਜਾਣਦਿਆਂ ਹੋਇਆਂ ਉਹਨਾਂ ਨਾਲ ਬਰਾਬਰ ਦਾ ਸਲੂਕ ਕਰਦਾ ਹਾਂ। ਫਿਰ ਹੀ ਅਗਲੀ ਗੱਲ ਗੁਰੂ ਦਾ ਉਪਦੇਸ਼ ਸੁਣਨਾ, ਗ੍ਰਹਿਣ ਕਰਨਾ, ਮੰਨਣਾ, ਇਹ ਤਾਂ ਅਗਲੀਆਂ ਗੱਲਾਂ ਨੇ। ਜਿਹੜਾ ਮਨੁੱਖ ਪਹਿਲੇ ਪੜਾਅ ਉੱਤੇ ਹੀ ਭੇਦ ਭਾਵ ਤੇ ਹਉਮੈ ਹੰਕਾਰ ਦੀ ਭੇਟ ਚੜ੍ਹ ਜਾਏ ਉਹ ਗੁਰੂ ਦੇ ਉਪਦੇਸ਼ ਨੂੰ ਸੁਣਨ ਦੇ ਕਾਬਿਲ ਵੀ ਨਹੀਂ ਰਹਿੰਦਾ, ਮੰਨਣਾ ਤੇ ਬਹੁਤ ਦੂਰ ਦੀ ਗੱਲ ਹੈ। ਯਾਨੀ ਕਿ ਉਹ ਪਹਿਲੇ ਪੜਾਅ ਉੱਤੇ ਹੀ ਫੇਲ ਹੋ ਜਾਂਦਾ ਹੈ, ਨਾਲਾਇਕ ਸਿੱਧ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਇਸ ਤਰ੍ਹਾਂ ਸੰਗਤ ਜੁੜੀ। ਭਾਈ ਬਖਤਾਵਰ ਨੂੰ ਪਤਾ ਲੱਗਾ ਮਹਾਰਾਜ ਆਏ ਨੇ, ਉਹ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ। ਹੁਣ ਚੌਧਰੀ ਸੀ, ਵੱਡਾ ਸੀ, ਇਲਾਕੇ ਦਾ ਪ੍ਰਬੰਧਕ ਸੀ। ਹੁਣ ਜਦੋਂ ਆਇਆ ਮਹਾਰਾਜ ਦੇ ਜਿਉਂ-ਜਿਉਂ ਤੁਰਿਆ ਆਉਂਦਾ ਹੈ ਕੋਲ ਤੇ ਬੜੀ ਕਨਫਿਊਜ਼ਨ ਵਿੱਚ ਹੈ, ਦੁਬਿਧਾ ਵਿੱਚ ਹੈ। ਕਨਫਿਊਜ਼ਨ ਇਸ ਗੱਲ ਦੀ ਕਿ ਉਹਨੇ ਵੇਖਿਆ ਵੀ ਜਿਹੜੇ ਬੰਦੇ ਮੇਰੇ ਖੇਤਾਂ 'ਚ ਮਜ਼ਦੂਰੀ ਕਰਦੇ ਨੇ, ਜਿਹੜੇ ਬੰਦਿਆਂ ਨੇ ਮੇਰਾ ਉਧਾਰ ਦੇਣਾ, ਮੇਰੇ ਕਰਜ਼ਾਈ ਨੇ, ਉਹ ਵੀ ਬੰਦੇ ਸੰਗਤ ਵਿੱਚ ਬੈਠੇ ਨੇ। ਹੁਣ ਮੈਂ ਠਹਿਰਿਆ ਇਲਾਕੇ ਦਾ ਚੌਧਰੀ, ਇਹਨਾਂ ਦੇ ਬਰਾਬਰ ਬੈਠਾ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਉੱਚੇ ਪਲੰਘ ਉੱਤੇ ਬੈਠੇ ਸਨ, ਸੰਗਤ ਸਾਰੀ ਇਕੱਠੀ ਇੱਕ ਜਗ੍ਹਾ ਤੇ ਬੈਠੀ ਹੈ। ਇਸ ਦੁਬਿਧਾ ਦੇ ਵਿੱਚ ਫੈਸਲਾ ਕਰਨਾ ਉਹਦੇ ਲਈ ਬੜਾ ਔਖਾ ਹੋਇਆ। ਹਉਮੈ ਨੇ ਉਸ ਦਾ ਖਹਿੜਾ ਨਾ ਛੱਡਿਆ ਵੀ ਮੈਂ ਇਹਨਾਂ ਦੇ ਬਰਾਬਰ ਬੈਠਾ, ਚੌਧਰੀ ਹਾਂ, ਇਹ ਲੋਕ ਮੈਨੂੰ ਸਲਾਮਾਂ ਕਰਦੇ ਨੇ, ਇਹਨਾਂ ਲੋਕਾਂ ਦੀ ਮੇਰੀ ਕੀ ਬਰਾਬਰੀ ਹੋ ਸਕਦੀ ਏ। ਉਹ ਆਇਆ ਤੇ ਸਤਿਗੁਰੂ ਮਹਾਰਾਜ ਜਿਸ ਪਲੰਘ ਉੱਤੇ ਬੈਠੇ ਸਨ ਉਹਦੇ ਇੱਕ ਕੋਨੇ ਉੱਤੇ ਬੈਠ ਗਿਆ, ਕਿਉਂਕਿ ਪੁਰਾਣੀ ਜਾਣ ਪਛਾਣ ਵੀ ਸੀ। ਹਜ਼ੂਰ ਮਹਾਰਾਜ ਆਪਣਾ ਉਪਦੇਸ਼ ਦਿੰਦੇ ਹਨ ਤੇ ਮੁਸਕਰਾਉਂਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਉਸ ਚੌਧਰੀ ਨੂੰ ਪੁੱਛਦੇ ਨੇ, ਚੌਧਰੀ ਜੀ ਕੀ ਹਾਲ ਨੇ? ਠੀਕ ਹੈ ਮਹਾਰਾਜ, ਬੜੀ ਖੁਸ਼ੀ ਹੋਈ ਤੁਹਾਡੇ ਦਰਸ਼ਨ ਕਰਕੇ। ਸਤਿਗੁਰਾਂ ਨੇ ਆਖਿਆ, ਚੌਧਰੀ ਜੀ ਜਦੋਂ ਤੁਸੀਂ ਆ ਰਹੇ ਸੀ ਤੁਹਾਡਾ ਚਿਹਰਾ ਅਸੀਂ ਵੇਖਿਆ ਕਿਸੇ ਉਲਝਣ ਵਿੱਚ ਫਸੇ ਲੱਗਦੇ ਸੀ। ਇਵੇਂ ਲੱਗਦਾ ਵੀ ਜਿਵੇਂ ਤੁਸੀਂ ਬਹੁਤ ਵੱਡੀ ਕਿਸੇ ਦੁਬਿਧਾ ਵਿੱਚ ਹੋ। ਨਹੀਂ ਮਹਾਰਾਜ, ਐਸੀ ਤੇ ਕੋਈ ਗੱਲ ਨਹੀਂ, ਬੜੀ ਖੁਸ਼ੀ ਹੋਈ ਤੁਸੀਂ ਇਸ ਨਗਰ ਵਿੱਚ ਆਏ, ਤੁਹਾਡੇ ਦਰਸ਼ਨਾਂ ਦਾ ਮੌਕਾ ਬਣਿਆ। ਜਿਸ ਤਰ੍ਹਾਂ ਮਨੁੱਖ ਆਪਣੀ ਗੱਲ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰਦਾ ਹੈ, ਗੁਰੂ ਪਾਤਸ਼ਾਹ ਨੂੰ ਇਸ ਗੱਲ ਦੀ ਕੋਈ ਦਿੱਕਤ ਨਹੀਂ ਕਿ ਕੋਈ ਆ ਕੇ ਉਹਨਾਂ ਦੇ ਬਰਾਬਰ ਪਲੰਘ ਉੱਤੇ ਬੈਠ ਗਿਆ ਹੈ। ਇਹ ਸਾਡੇ ਲੋਕਾਂ ਵਾਸਤੇ ਬੜੀਆਂ ਮਾਇਨੇ ਰੱਖਦੀਆਂ ਨੇ ਗੱਲਾਂ, ਗੁਰੂ ਮਹਾਰਾਜ ਵਾਸਤੇ ਨਹੀਂ। ਧਿਆਨ ਦੇਣਾ, ਸਤਿਗੁਰੂ ਮਹਾਰਾਜ ਵਾਸਤੇ ਇਸ ਜਗਤ ਤਮਾਸ਼ੇ ਦੇ ਵਿੱਚ ਇਹ ਬੜੀ ਨਿਗੁਣੀ ਗੱਲ ਹੈ, ਬੜੀ ਨਿਗੁਣੀ। ਅਸੀਂ ਇਹਨਾਂ ਗੱਲਾਂ ਨੂੰ ਬਹੁਤ ਵੱਡੀ ਪੱਧਰ ਉੱਤੇ ਲੈਂਦੇ, ਐਵੇਂ ਕਰ ਦਿੱਤਾ, ਫਲਾਣੇ ਨੇ ਐਵੇਂ ਹੋਇਆ।
ਜੇ ਜੀਵਨ 'ਚ ਧਰਮ ਆ ਜਾਏ ਨਾ, ਮਨੁੱਖ ਦੀ ਸੁਰਤ, ਮਨੁੱਖ ਦਾ ਜੀਵਨ ਪੱਧਰ ਇੰਨਾ ਉੱਚਾ ਹੋ ਜਾਂਦਾ, ਉਹਨੂੰ ਸਮਝ ਲੱਗਦੀ ਵੀ ਇਹ ਵਿਚਾਰਾ ਕੋਈ ਬਹੁਤੀ ਵੱਡੀ ਗੱਲ ਨਹੀਂ। ਤੁਸੀਂ ਕੋਈ ਮਰੀਜ਼ ਵੇਖੇ ਹੋਣਗੇ ਜਿਹੜੇ ਡਾਕਟਰ ਨਾਲ ਖਿੱਚ ਕੇ ਗੱਲ ਕਰਦੇ ਨੇ, ਗੁੱਸੇ 'ਚ ਗੱਲ ਕਰਦੇ ਨੇ, ਔਰ ਕਈ ਇੱਕ ਦੀਆਂ ਦੋ ਸੁਣਾਉਂਦੇ ਨੇ। ਡਾਕਟਰ ਸਿਆਣਾ ਹੈ, ਉਸ ਨੂੰ ਪਤਾ ਹੈ ਮਨੁੱਖ ਦੇ ਅੰਦਰ ਰੋਗ ਹੈ, ਬਿਮਾਰੀ ਹੈ, ਕੀ ਉਲਝਣ ਹੈ, ਉਸ ਨੂੰ ਚੰਗੀ ਤਰ੍ਹਾਂ ਅਹਿਸਾਸ ਹੈ ਇਸ ਗੱਲ ਦਾ। ਉਹ ਆਪਣਾ ਸਹਿਜ, ਆਪਣਾ ਧੀਰਜ ਨਹੀਂ ਗਵਾਉਂਦਾ। ਉਹ ਉਹਦੀ ਹਰ ਇੱਕ ਹਰਕਤ ਨੂੰ ਬਰਦਾਸ਼ਤ ਕਰਦਾ ਔਰ ਕੋਸ਼ਿਸ਼ ਕਰਦਾ ਮੈਂ ਉਹਦਾ ਇਲਾਜ ਕਰਾਂ, ਇਹਦੇ ਅੰਦਰ ਜਿਹੜੀ ਪ੍ਰੋਬਲਮ ਹੈ ਮੈਂ ਇਹਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਹੱਲ ਲੱਭ ਕੇ ਇਹਨੂੰ ਠੀਕ ਕਰਾਂ। ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਔਰ ਬੱਚੇ ਤੁਸੀਂ ਦੇਖੋ, ਕੁੱਛੜ ਵੀ ਚੁੱਕੀਏ ਦਾੜੀ ਫੜ ਲੈਣਗੇ, ਕੱਪੜਿਆਂ ਨੂੰ ਹੱਥ ਪਾ ਲੈਣਗੇ, ਉਹ ਹਰਕਤਾਂ ਕਰਨਗੇ ਜਿਹੜੀਆਂ ਅਸੀਂ ਇੱਕ ਆਮ ਜਨ ਸਧਾਰਨ ਤੋਂ ਜਿਨ੍ਹਾਂ ਦੀ ਆਸ ਨਹੀਂ ਕਰਦੇ, ਬੱਚੇ ਉਹ ਸਾਰੀਆਂ ਹਰਕਤਾਂ ਕਰ ਗੁਜ਼ਰਦੇ ਨੇ। ਪਰ ਮੇਰਾ ਖਿਆਲ ਨਹੀਂ ਕੋਈ ਬੱਚੇ ਨੂੰ ਕੁੱਛੜ ਤੋਂ ਥੱਲੇ ਸੁੱਟ ਦੇਵੇ, ਕਿਉਂਕਿ ਸਾਡਾ ਇੱਕ ਉਸ ਵੇਲੇ ਲੈਵਲ ਬਣਿਆ ਹੁੰਦਾ ਔਰ ਅਸੀਂ ਜਾਣਦੇ ਹਾਂ ਬੱਚੇ ਦਾ ਲੈਵਲ ਕੀ ਹੈ, ਉਹ ਕਿਸ ਪੱਧਰ ਉੱਤੇ ਖਲੋਤਾ ਹੈ, ਉਹ ਕੀ ਸੋਚਦਾ ਹੈ, ਉਹਦੀ ਕੀ ਆਦਤ ਹੈ, ਕਿੰਨੀ ਚੰਚਲਤਾਈ ਹੈ। ਭਾਵ ਹੈ ਕਿ ਜਿਉਂ-ਜਿਉਂ ਮਨੁੱਖ ਦੀ ਸੁਰਤ ਅੰਦਰ, ਮਨ ਅੰਦਰ ਗਿਆਨ ਦੀ ਉਚਾਈ ਆਉਂਦੀ ਜਾਂਦੀ ਹੈ, ਉਸ ਨੂੰ ਬਾਕੀਆਂ ਦਾ ਅੰਦਾਜ਼ਾ ਲੱਗਦਾ ਹੀ ਜਾਂਦਾ ਹੈ ਸੁਭਾਵਕ ਕਿ ਕੌਣ ਕਿੱਥੇ ਖਲੋ ਕੇ ਕਿਹੜੀ ਗੱਲ ਕਹਿ ਸਕਦਾ ਹੈ ਤੇ ਕੀ ਹਰਕਤ ਕਰ ਸਕਦਾ ਹੈ। ਮਹਾਰਾਜ ਇਸ ਗੱਲ ਉੱਤੇ ਨਾ ਤੇ ਖਫਾ ਨੇ, ਨਾ ਗੁੱਸੇ, ਨਾ ਹੀ ਉਹਨਾਂ ਦੇ ਮਨ ਅੰਦਰ ਕੋਈ ਐਸੀ ਬਾਤ ਹੈ ਵੀ ਇਹ ਮੇਰੇ ਬਰਾਬਰ। ਹਜ਼ੂਰ ਨੇ ਤਾਂ ਸਗੋਂ ਬੜੇ ਪਿਆਰ ਨਾਲ ਪੁੱਛੇ, ਕਿਉਂ ਦੁਬਦਾ ਵਿੱਚ ਲੱਗਦੇ ਸੀ? ਆਖਿਆ ਨਹੀਂ ਮਹਾਰਾਜ, ਐਸੀ ਕੋਈ ਗੱਲ ਨਹੀਂ। ਸਤਿਗੁਰਾਂ ਨੇ ਆਖਿਆ ਨਹੀਂ, ਫਿਰ ਵੀ ਕੋਈ ਤੇ ਗੱਲ ਹੈ। ਅਸੀਂ ਤੁਹਾਡੇ ਚਿਹਰੇ ਤੋਂ ਦੁਬਦਾ ਦੇ, ਉਲਝਣ ਦੇ ਨਿਸ਼ਾਨ ਵੇਖੇ ਨੇ, ਕੁਝ ਪਰੇਸ਼ਾਨੀ ਤੇ ਸ਼ਿਕਨੀ ਦੀਆਂ ਨਿਸ਼ਾਨੀਆਂ ਵੇਖੀਆਂ ਨੇ। ਸੱਚ ਪੁੱਛਦੇ ਹੋ ਮਹਾਰਾਜ ਤਾਂ ਇਹ ਗੱਲ ਹੈ, ਤੁਹਾਥੋਂ ਤਾਂ ਨਹੀਂ ਹੁਣ ਕੋਈ ਗੱਲ ਲੁਕੋਈ ਜਾ ਸਕਦੀ। ਇਹ ਲੋਕ ਜੋ ਬੈਠੇ ਹੋਏ ਨੇ ਆਪ ਦੀ ਸੰਗਤ ਵਿੱਚ, ਮੈਂ ਇਹਨਾਂ ਦੇ ਬਰਾਬਰ ਬੈਠਾ ਕਿ ਨਾ ਬੈਠਾ, ਇਸ ਉਲਝਣ ਵਿੱਚ ਫੈਸਲਾ ਹੀ ਨਾ ਕਰ ਸਕਿਆ ਤੇ ਸ਼ਰਮਿੰਦਾ ਹੈ ਇਸ ਗੱਲ ਉੱਤੇ ਵੀ ਤੁਹਾਡੇ ਬਰਾਬਰ ਆ ਕੇ ਸਾਰੀ ਸੰਗਤ ਦੇ ਸਾਹਮਣੇ ਬੈਠ ਗਿਆ। ਮਹਾਰਾਜ ਨੇ ਆਖਿਆ ਨਹੀਂ, ਐਸੀ ਤਾਂ ਕੋਈ ਗੱਲ ਨਹੀਂ, ਸਾਨੂੰ ਕੋਈ ਇਸ ਗੱਲ ਦਾ ਮਲਾਲ ਨਹੀਂ। ਪਰ ਮਹਾਰਾਜ ਮੈਂ ਜਦੋਂ ਬੈਠ ਗਿਆ ਤੇ ਸ਼ਰਮਿੰਦਗੀ ਜ਼ਰੂਰ ਹੋਈ ਵੀ ਮੈਂ ਇਹ ਕੀਤਾ ਕੀ। ਮੈਂ ਇਹ ਨਹੀਂ ਮੰਨਦੀ ਵੀ ਇਹਨਾਂ ਬਰਾਬਰ ਬੈਠਾ, ਤੇ ਤਹਿਜੀਬ ਇਹ ਨਹੀਂ ਮੰਨਦੀ ਵੀ ਤੁਹਾਡੇ ਬਰਾਬਰ ਬੈਠਾ। ਦੋਵੇਂ ਗੱਲਾਂ ਦੀ ਉਲਝਣ ਵਿੱਚ ਆ ਨਾ ਮੈਂ। ਮਰਿਆਦਾ ਇਹ ਕਹਿੰਦੀ ਹੈ ਵੀ ਤੁਹਾਡੇ ਸਾਹਮਣੇ ਬਹਿ ਕੇ ਤੁਹਾਡੀ ਗੱਲ ਸੁਣਾ, ਤਰੀਕਾ ਇਹ ਹੈ, ਅਸੂਲ ਇਹ ਹੈ ਸੰਗਤ ਦਾ। ਤੇ ਹੰਕਾਰ ਇਹ ਕਹਿੰਦੇ ਵੀ ਇਹਨਾਂ ਬਰਾਬਰ ਤੂੰ ਨਹੀਂ ਬੈਠਣਾ, ਇਹ ਤੇਰੇ ਨੌਕਰ ਨੇ, ਤੇਰੇ ਖੇਤਾਂ 'ਚ ਮਜ਼ਦੂਰੀ ਕਰਨ ਵਾਲੇ, ਤੇਰੇ ਕਰਜ਼ਾਈ, ਤੇਰੇ ਸਾਹਮਣੇ ਸਿਰ ਝੁਕਾ ਕੇ ਸਲਾਮ ਕਰਨ ਵਾਲੇ। ਇਸ ਮਰਿਆਦਾ ਤੇ ਹੰਕਾਰ ਦੀ ਉਲਝਣ ਵਿੱਚ ਫਸੇ ਹੀ ਫੈਸਲਾ ਨਹੀਂ ਹੋਇਆ, ਇੱਥੇ ਹੀ ਬੈਠ ਗਿਆ। ਗੁਰੂ ਮਹਾਰਾਜ ਨੇ ਇੱਕ ਬਚਨ ਕਿਹਾ ਚੌਧਰੀ ਬਖਤਾਵਰ ਨੂੰ। ਸਤਿਗੁਰੂ ਕਹਿਣ ਲੱਗੇ, ਇਹ ਮਜ਼ਦੂਰ ਨੇ ਕਿਉਂਕਿ ਇਹ ਤੇਰੇ ਕੋਲ ਨੌਕਰੀ ਕਰਦੇ ਨੇ, ਪਰ ਤੂੰ ਮੰਨਦਾ ਹੈ ਵੀ ਇਹਨਾਂ ਨੂੰ ਵੀ ਭੁੱਖ ਤੇਰੇ ਵਾਂਗ ਲੱਗਦੀ ਹੈ, ਇਹਨਾਂ ਨੂੰ ਵੀ ਦੁੱਖ ਤੇਰੇ ਵਾਂਗ ਮਹਿਸੂਸ ਹੁੰਦਾ ਹੈ, ਇਹਨਾਂ ਨੂੰ ਕੋਈ ਚੰਗਾ ਆਖੇ ਤੇ ਇਹਨਾਂ ਨੂੰ ਵੀ ਤੇਰੇ ਵਾਂਗ ਖੁਸ਼ੀ ਹੁੰਦੀ ਹੈ, ਇਹਨਾਂ ਦੀਆਂ ਵੀ ਤੇਰੇ ਵਾਂਗ ਹੀ ਲੋੜਾਂ ਨੇ, ਵੀ ਪਿਆਰ ਨੂੰ, ਹਮਦਰਦੀ ਨੂੰ ਤੇਰੇ ਵਾਂਗ ਹੀ ਮਹਿਸੂਸ ਕਰਦੇ ਨੇ। ਹਾਂ ਮਹਾਰਾਜ, ਹਨ ਤਾਂ ਇਨਸਾਨ ਹੀ, ਪਰ ਸਤਿਗੁਰੂ ਕਹਿਣ ਲੱਗੇ ਜੇ ਤੂੰ ਸਮਝਦਾ ਵੀ ਇਹ ਵੀ ਤੇਰੇ ਵਰਗੇ ਹੀ ਇਨਸਾਨ ਨੇ, ਫਿਰ ਇਹ ਮਜ਼ਦੂਰੀ ਤੇ ਮਾਲਕੀ ਵਿੱਚ ਕਿਧਰੋਂ ਆ ਗਈ? ਇਹ ਤਾਂ ਇੱਕ ਵੱਖਰਾ ਕਰਮ ਹੈ ਨਾ, ਵੀ ਉਹ ਆਪਣੇ ਰੁਜ਼ਗਾਰ ਲਈ ਮਜ਼ਦੂਰੀ ਕਰਦਾ ਹੈ, ਉਹ ਆਪਣੇ ਢਿੱਡ ਨੂੰ ਭਰਨ ਵਾਸਤੇ ਖੇਤੀ ਕਰਦਾ ਹੈ, ਤੇਰੀ ਕੁਝ ਵੱਖਰੀ ਢੰਗ ਦੀ ਜ਼ਿੰਮੇਵਾਰੀ ਹੈ, ਤੂੰ ਥੋੜਾ ਮਾਇਆਧਾਰੀ ਤੇ ਵੱਡਾ ਬੰਦਾ ਹੈ, ਧਨੀ ਹੈ, ਪਰ ਫਿਰ ਵੀ ਤੂੰ ਵੀ ਇੱਕ ਇਨਸਾਨ ਹੈ ਤੇ ਵੀ ਇੱਕ ਇਨਸਾਨ ਨੇ। ਹਾਂ ਮਹਾਰਾਜ, ਉਹ ਤੇ ਹੈ। ਫਿਰ ਹਜ਼ੂਰ ਕਹਿਣ ਲੱਗੇ ਵੀ ਇਹ ਧਨ ਦੌਲਤ ਇਨਸਾਨ ਦੀ ਬਰਾਬਰਤਾ ਦੇ ਵਿੱਚ ਰੁਕਾਵਟ ਕਿਧਰੋਂ ਬਣਦਾ ਹੈ? ਇਹ ਪਦਵੀ ਜਿਹੜੀ ਹੈ ਇਨਸਾਨ ਦੀ ਬਰਾਬਰਤਾ ਵਿੱਚ ਰੁਕਾਵਟ ਕਿਉਂ ਖੜੀ ਕਰਦੀ ਹੈ? ਇਹੀ ਤੇ ਫਰਕ ਅਸੀਂ ਮੇਟਣੇ ਹਨ ਵੀ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਪਰਜਾ ਹੈ, ਪਰ ਸਤਕਾਰ ਦੋਵਾਂ ਦਾ ਇੱਕੋ ਜਿਹਾ। ਇਹ ਨਹੀਂ ਵੀ ਰਾਜੇ ਦਾ ਸਤਕਾਰ ਕੋਈ ਵੱਖਰੇ ਢੰਗ ਨਾਲ ਹੋਏਗਾ ਤੇ ਮਜ਼ਦੂਰ ਬੰਦਾ ਹੀ ਨਹੀਂ, ਉਹਦਾ ਕੋਈ ਸਤਕਾਰ ਹੀ ਨਹੀਂ ਕਰੇਗਾ, ਉਹਨੂੰ ਕੋਈ ਇਨਸਾਨ ਹੀ ਨਹੀਂ ਸਮਝੇਗਾ। ਤੁਹਾਡੀ ਉਲਝਣ ਇਹ ਸੀ ਚੌਧਰੀ ਸਾਹਿਬ ਕਿ ਤੁਸੀਂ ਆਪਣੇ ਆਪ ਨੂੰ ਸਭ ਤੋਂ ਬਿਹਤਰ ਮੰਨਦੇ ਹੋ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਵਰਗੇ ਬੰਦੇ ਮੰਨਣ ਲਈ ਤਿਆਰ ਹੀ ਨਹੀਂ ਹੋ ਤੁਸੀਂ। ਗੱਲ ਅਸਲ ਵਿੱਚ ਗੱਲ ਇੱਥੇ ਬਹਿਣ ਦੀ ਨਹੀਂ, ਗੱਲ ਸਾਰੇ ਜੀਵਨ ਦੀ ਬਰਾਬਰਤਾ ਦੀ ਹੈ।
ਜੇ ਤੁਸੀਂ ਇੱਥੇ ਇਹਨਾਂ ਦੇ ਬਰਾਬਰ ਬੈਠ ਵੀ ਜਾਂਦੇ, ਮੰਨ ਲਓ ਮਰਿਆਦਾ ਨੂੰ ਮੁੱਖ ਰੱਖ ਕੇ, ਤੇ ਬਾਹਰ ਤੁਹਾਡਾ ਵਿਹਾਰ ਉਹੀ ਰਹਿੰਦਾ ਤੇ ਗੱਲ ਤਾਂ ਫਿਰ ਉਹੀ ਸੀ। ਜਿਵੇਂ ਅਸੀਂ ਖਿਮਾ ਕਰਨਾ ਬੈਠ ਹੀ ਜਾਂਦੇ ਆ ਨਾ। ਪਹਿਲੀ ਤਾਂ ਗੱਲ ਅਸੀਂ ਇਹ ਵੀ ਨਹੀਂ ਮੰਨਦੇ ਵੀ ਅਸੀਂ ਗੁਰੂ ਮਹਾਰਾਜ ਦੇ ਬਰਾਬਰ ਗੁਰੂ ਦੀ ਸੰਗਤ ਬਣ ਕੇ ਬੈਠਣਾ ਹੈ, ਇਹ ਵੀ ਨਹੀਂ ਮੰਨਦੇ ਅਸੀਂ। ਇਹ ਤਾਂ ਸਾਡੇ ਕੋਲ ਬੜਾ ਵੱਡਾ ਪ੍ਰਮਾਣ ਹੈ। ਇਸ ਪਾਸੇ ਨਾ ਹੀ ਤੁਰੀਏ ਅਸੀਂ ਤੇ ਚੰਗੀ ਖੇਡ ਹੋਏਗੀ, ਕਿਉਂਕਿ ਜਦੋਂ ਅਸੀਂ ਗੁਰਦੁਆਰੇ ਤੇ ਲੇਬਲ ਲਾ ਲੈਂਦੇ ਆ ਨਾ ਵੀ ਇਹ ਕਿਹੜੀ ਬਰਾਦਰੀ ਦਾ, ਸਾਡੇ ਸਾਰੇ ਧਰਮ ਦੀ ਹਵਾ ਤੇ ਉਦੋਂ ਹੀ ਨਿਕਲ ਜਾਂਦੀ ਹੈ ਕਿ ਅਸੀਂ ਕਿੰਨੇ ਕੁ ਪਾਣੀ ਚ ਆ। ਵੀ ਮੈਂ ਕੀ ਆ, ਉਸੇ ਹਿਸਾਬ ਨਾਲ ਮੈਂ ਡਿਸਾਈਡ ਕਰਦਾ ਵੀ ਸੰਗਤ ਕਿਹੋ ਜਿਹੀ ਹੋਏਗੀ। ਗੌਰ ਕਰਨਾ, ਸਿੱਖ ਗੁਰੂ ਦੀ ਸੰਗਤ ਜੇ ਕਰ ਰਿਹਾ ਇਸ ਵੇਲੇ ਤਾਂ ਬਹੁਤ ਘੱਟ ਗ੍ਰਾਫ ਦੇ ਵਿੱਚ, ਸਿੱਖ ਬਰਾਦਰੀ ਦੀ ਸੰਗਤ ਕਰ ਰਿਹਾ ਹੈ, ਆਪਣੀ ਚੋਇਸ ਦੀ ਸੰਗਤ ਲੱਭਦਾ ਹੈ, ਫਿਰ ਉਹਦੇ ਵਿੱਚ ਜਾਂਦਾ ਹੈ। ਇਸੇ ਕਰਕੇ ਫਰਕ ਹੈ। ਤੁਸੀਂ ਵੇਖਣਾ, ਧੜਿਆਂ ਦੀ ਸੰਗਤ, ਬਰਾਦਰੀਆਂ ਦੀ ਸੰਗਤ, ਸੰਪਰਦਾਵਾਂ ਤੇ ਜਥੇਬੰਦੀਆਂ ਦੀ ਸੰਗਤ, ਬਾਣੀ ਦੀ ਸੰਗਤ ਕਿੱਥੇ ਹੈ? ਸਿੱਖ ਬਾਣੀ ਸੁਣਨਾ ਤੇ ਚਾਹੁੰਦਾ ਹੈ, ਪਰ ਆਪਣੀ ਬਰਾਦਰੀ ਦੀ ਪਾਈਪ ਵਿੱਚ ਪਾ ਕੇ। ਸਿੱਖ ਬਾਣੀ ਕੋਲ ਬੈਠਣਾ ਤੇ ਚਾਹੁੰਦਾ ਹੈ, ਪਰ ਆਪਣੇ ਧੜੇ ਦੀ ਸੰਗਤ ਕ੍ਰੀਏਟ ਕਰਕੇ ਉਹਦੇ ਵਿੱਚ ਬੈਠਣਾ ਚਾਹੁੰਦਾ ਹੈ। ਹੁਣ ਜਿਹਦੀ ਸੁਰਤ ਵਿੱਚ ਪਹਿਲਾਂ ਹੀ ਤੰਗ ਦਿਲੀ, ਮੁਆਫ ਕਰੋ, ਹੁਣ ਬਾਣੀ ਨੇ ਤਾਂ ਇਹ ਵਲਗਣਾ ਤੋੜਨੀਆਂ ਨੇ, ਪਰ ਸਿੱਖ ਉਸ ਹਿਸਾਬ ਨਾਲ ਬਾਣੀ ਸੁਣੇ ਤੇ ਫੇਰ ਹੈ ਨਾ। ਮੈਂ ਪਹਿਲਾਂ ਇਹ ਬੇਨਤੀ ਕੀਤੀ ਸੀ ਵੀ ਗੁਰਮਤ ਦਾ ਪਹਿਲਾ ਅਕੀਦਾ ਕੀ ਹੈ? ਕਿ ਤੁਸੀਂ ਗੁਰੂ ਦੀ ਨੇੜਤਾ ਹਾਸਲ ਕਰਨ ਲਈ ਗੁਰੂ ਕੋਲ ਬੈਠੋ, ਤੇ ਇਸ ਬੈਠਣ ਦੇ ਵਿੱਚ ਜੇ ਗਰੀਬੀ ਤੇ ਅਮੀਰੀ, ਬਰਾਦਰੀ ਤੇ ਜ਼ਾਤ ਪਾਤ, ਜੇ ਧੜੇਬੰਦੀ ਦੀ ਸੋਚ ਪਹਿਲਾਂ ਹੀ ਸਾਡੇ ਅੰਦਰ ਪਨਪ ਗਈ ਹੈ, ਤਾਂ ਭੁੱਲ ਜਾਓ ਵੀ ਗੁਰੂ ਦਾ ਉਪਦੇਸ਼ ਸੁਣਨ ਦੇ ਅਸੀਂ ਕਾਬਿਲ ਹਾਂ। ਮੰਨਣਾ ਤਾਂ ਅੱਗੇ ਅਗਲੀ ਗੱਲ ਹੈ ਨਾ। ਅਸੀਂ ਤੇ ਪਹਿਲੇ ਸਟੈਪ ਉੱਤੇ ਹੀ ਥਿੜਕ ਗਏ। ਹੁਣ ਗੁਰੂ ਨਾਨਕ ਮਹਾਰਾਜ ਦੇ ਧਰਮ ਵੱਲ ਜਰਾ ਕੁ ਝਾਤ ਮਾਰ ਕੇ ਵੇਖੋ ਤੁਸੀਂ, ਓਵਰਆਲ ਵੱਡੇ ਪੱਧਰ ਉੱਤੇ ਤੁਹਾਨੂੰ ਬੜੀ ਵੱਡੀ ਥਿੜਕਣ ਨਜ਼ਰ ਆਏਗੀ। ਅਸੀਂ ਲੋਕਾਂ ਨੂੰ ਪੁੱਛਦੇ ਹਾਂ ਕਿ ਸਿੱਖ ਪੰਥ ਦੇ, ਸਿੱਖੀ ਦੇ ਘਾਟੇ ਦਾ ਕਾਰਨ ਕੀ ਬਣ ਰਿਹਾ ਹੈ? ਇਹ ਵੱਧ ਕਿਉਂ ਨਹੀਂ ਰਹੀਗਾ? ਵਧੇ ਕੀ, ਕਿਵੇਂ ਵਧੇ ਬਈ? ਤੁਸੀਂ ਸੋਚੋ, ਪਹਿਲੇ ਸਟੈਪ ਉੱਤੇ ਅਸੀਂ ਥਿੜਕੇ ਹਾਂ, ਔਰ ਇੱਕ ਕੋਈ ਦੋ ਨਹੀਂ ਥਿੜਕੇ, ਕੋਈ ਚਾਰ ਨਹੀਂ ਥਿੜਕੇ, ਓਵਰਆਲ ਸਾਰੀ ਕੌਮ ਹੀ ਥਿੜਕ ਗਈ, ਵੱਡੀ ਪੱਧਰ ਉੱਤੇ ਥਿੜਕ ਗਈ। ਸੰਗਤ ਦਾ ਸਿਧਾਂਤ ਪਹਿਲਾ ਗੁਰੂ ਮਹਾਰਾਜ ਨੇ ਦਿੱਤਾ, ਔਰ ਉਹਦੇ ਵਿੱਚ ਬੈਠਣ ਦੀ ਕੁਝ ਸਾਨੂੰ ਮਰਿਆਦਾ ਦ੍ਰਿੜ ਕਰਵਾਈ। ਇਸ ਗੱਲ ਤੋਂ ਤਾਂ ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰੀਏ, ਭੱਜਣ ਦੀ ਕੋਸ਼ਿਸ਼ ਕਰੀਏ, ਨਾ ਮੰਨੀਏ, ਕੋਈ ਗੱਲ ਨਹੀਂ, ਪਰ ਇਹ ਸੱਚ ਤਾਂ ਤੁਹਾਡਾ ਪਰਛਾਵਾਂ ਹੈ, ਇਹਨੇ ਤੁਹਾਡਾ ਖਹਿੜਾ ਛੱਡਣਾ ਨਹੀਂ। ਤੁਸੀਂ ਸਦੀਆਂ ਦਾ ਸਫ਼ਰ ਵੀ ਕਰੋਗੇ ਨਾ, ਤੁਸੀਂ ਅਸੈਪਟ ਨਾ ਕਰੋ, ਤੁਹਾਡੀਆਂ ਆਉਣ ਵਾਲੀਆਂ 10 ਪੀੜ੍ਹੀਆਂ ਤੱਕ ਕੋਈ ਅਸੈਪਟ ਨਾ ਕਰੇ, 11ਵੀਂ ਨੂੰ ਕਰਨਾ ਹੀ ਪਵੇਗਾ ਵੀ ਅਸੀਂ ਪਹਿਲੇ ਹੀ ਮੂਲਕ ਸਿਧਾਂਤ ਉੱਤੇ ਥਿੜਕ ਗਏ ਸਾਂ। ਜਿੱਥੋਂ ਸਾਡਾ ਵਾਧਾ ਰੁਕ ਗਿਆ ਤੇ ਅਸੀਂ ਸੁੰਗੜਦੇ ਗਏ, ਜਿੱਥੋਂ ਸਾਡੀ ਸੋਚ ਦੇ ਵਿੱਚ ਤੰਗਦਿਲੀ ਆਈ ਤੇ ਗੁਰਮਤ ਨੇ ਸਾਡੇ ਤੇ ਅਸਰ ਕਰਨਾ ਹੀ ਛੱਡ ਦਿੱਤਾ। ਕਿਉਂਕਿ ਅਸੀਂ ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਨੇ, ਕੀ ਤੁਸੀਂ ਮੰਨਿਆ ਚੌਧਰੀ ਸਾਹਿਬ ਵੀ ਇਹ ਤੁਹਾਡੇ ਵਰਗੇ ਇਨਸਾਨ ਨੇ? ਤੁਸੀਂ ਇੱਥੇ ਬੈਠਣ ਦੀ ਗੱਲ ਨਹੀਂ, ਸਾਰੇ ਜੀਵਨ 'ਚ ਇਹ ਵਿਹਾਰ ਕਰਦੇ ਹੋ। ਇਸ ਫਰਕ ਦੇ ਹਿਸਾਬ ਨਾਲ ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਚੌਧਰੀ ਸਾਹਿਬ ਤੁਸੀਂ ਆਏ, ਜੀ ਆਇਆਂ, ਪਰ ਅਸੀਂ ਮਹਿਸੂਸ ਕਰਦੇ ਹਾਂ ਵੀ ਗੁਰੂ ਦਾ ਜੋ ਅਸੀਂ ਇੱਥੇ ਉਪਦੇਸ਼ ਗੁਰਮਤ ਦੀ ਗੱਲ ਕਹੀ ਹੈ ਨਾ, ਤੁਹਾਨੂੰ ਸਮਝ ਨਹੀਂ ਆਈ ਹੋਏਗੀ। ਨਹੀਂ ਮਹਾਰਾਜ, ਐਸੀ ਤੇ ਗੱਲ ਨਹੀਂ, ਜਿੰਨਾ ਕੁ ਸੁਣਿਆ ਸਮਝ ਤੇ ਆਇਆ, ਤੁਸੀਂ ਕੀ ਮੱਤ ਦਿੱਤੀ ਹੈ। ਮਹਾਰਾਜ ਨੇ ਕਿਹਾ, ਸਮਝਣ ਦਾ ਮਤਲਬ ਇਹ ਨਹੀਂ ਵੀ ਕੰਨਾਂ ਵਿੱਚ ਆਵਾਜ਼ ਪੈ ਗਈ, ਤੁਸੀਂ ਦੋ ਸ਼ਬਦ ਸੁਣ ਲਏ ਤੇ ਤੁਹਾਡੀ ਮੈਮਰੀ ਵਿੱਚ, ਯਾਦਦਾਸ਼ਤ ਵਿੱਚ ਗੱਲ ਆ ਗਈ ਵੀ ਮਹਾਰਾਜ ਨੇ ਕਿਸੇ ਵੇਲੇ ਆਹ ਗੱਲ ਕਹੀ ਸੀ। ਤੁਹਾਡੇ ਅੰਦਰ ਦੀ ਹਉਮੈ ਤੇ ਹੰਕਾਰ ਤੁਹਾਨੂੰ ਹਮੇਸ਼ਾ ਹੀ ਦੁਚਿੱਤੀ 'ਚ ਰੱਖਦਾ, ਤੁਹਾਡੀ ਸੁਰਤ ਇਸ ਕਾਬਲ ਹੀ ਨਹੀਂ ਰਹਿ ਜਾਂਦੀ। ਗੁਰੂ ਅਮਰਦਾਸ ਮਹਾਰਾਜ ਨੇ ਪਤਾ ਇਹ ਸਿਧਾਂਤ ਕਿਉਂ ਬਣਾਇਆ ਸੀ? ਪਹਿਲੇ ਪੰਗਤ ਪਾਤਸ਼ਾਹ ਸੰਗਤ, ਕਿ ਬੰਦੇ ਨੂੰ ਇਸ ਕਾਬਲ ਕਰ ਲਓ ਵੀ ਗੱਲ ਸੁਣੇ ਤੇ ਸਮਝ ਲਵੇ। ਬੰਦਾ ਸਫ਼ਰ ਵਿੱਚੋਂ ਆਇਆ ਹੈ, ਭੁੱਖਾ ਹੈ, ਜਾਂ ਉਹਦਾ ਧਿਆਨ ਖਾਣ ਵਾਲੇ ਪਾਸੇ, ਬੰਦੇ ਦੀ ਸੋਚ ਹੈ, ਥੋੜੀ ਜਿਹੀ ਵੀ ਭੁੱਖ ਹੋਏਗੀ ਉਹਦਾ ਧਿਆਨ ਬਾਰ-ਬਾਰ ਪ੍ਰਸ਼ਾਦੇ ਵੱਲ, ਲੰਗਰ ਵੱਲ ਜਾਏਗਾ। ਪਹਿਲਾਂ ਇਹਨੂੰ ਪੂਰੀ ਤਰ੍ਹਾਂ ਨਾਲ ਇਸ ਗੱਲ ਲਈ ਪਰਫੈਕਟ ਹੋ ਲੈਣ ਦਿਓ ਵੀ ਇਹ ਸੁਣ ਲਵੇ ਤੁਹਾਡੀ ਗੱਲ। ਜੇ ਇਸ ਗੱਲ ਵਾਸਤੇ ਤਿਆਰ ਹੀ ਨਹੀਂ
ਤਾਂ ਗੁਰੂ ਦੀ ਮੱਤ ਇਹਦੇ ਉੱਤੇ ਕਿਵੇਂ ਅਸਰ ਕਰੇਗੀ ਬਈ? ਤੋ ਇਹ ਵੀ ਖੁੱਲ੍ਹ ਦੇ ਦਿੱਤੀ। ਪਹਿਲਾਂ ਪ੍ਰਸ਼ਾਦਾ ਛਕ ਲਓ, ਵਿਹਲੇ ਹੋ ਜਾਓ, ਬਰਾਬਰਤਾ ਨਾਲ ਬੈਠੋ, ਬਿਨਾਂ ਭੇਦ ਭਾਵ ਤੋਂ ਬੈਠੋ, ਫਿਰ ਆਪਾਂ ਗੁਰੂ ਦੀ ਗੱਲ ਕਰਦੇ ਹਾਂ। ਇੰਨੀ ਕੀਮਤੀ ਤੇ ਇੰਨੀ ਦੁਰਲੱਭ ਵਿਚਾਰਧਾਰਾ ਜੇ ਮਨੁੱਖ ਦੇ ਹਿਰਦੇ ਤੇ ਦਿਲੋਂ ਦਿਮਾਗ ਵਿੱਚ ਟਿਕਾਉਣੀ ਹੈ, ਉਹਦੇ ਲਈ ਬੰਦਾ ਵੀ ਪ੍ਰਪੇਅਰ ਚਾਹੀਦਾ, ਥੋੜਾ ਬਹੁਤ ਤਿਆਰ ਚਾਹੀਦਾ, ਵੀ ਜਿਹੜਾ ਉਸ ਗੱਲ ਨੂੰ ਅਸੈਪਟ ਕਰ ਸਕੇ, ਉਹਨੂੰ ਸੁਣ ਕੇ ਸਮਝ ਸਕੇ, ਉਹਨੂੰ ਪਤਾ ਲੱਗੇ ਵੀ ਕੀ ਹੋ ਰਿਹਾ ਹੈ। ਇਹ ਸਾਰੇ ਅਸੂਲ ਬਣਾਏ ਇਸ ਕਰਕੇ ਜਾਂਦੇ ਹਨ, ਇਹ ਸਾਰੀਆਂ ਗੱਲਾਂ ਇਸ ਕਰਕੇ ਦ੍ਰਿੜ ਕਰਵਾਈਆਂ ਗਈਆਂ। ਹੁਣ ਇਹਦਾ ਭਾਵ ਹੈ ਗੁਰੂ ਪਾਤਸ਼ਾਹ ਦੀ ਸੋਚ ਵੇਖੋ ਵੀ ਗੁਰੂ ਮਹਾਰਾਜ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਵੀ ਗੁਰੂ ਦਾ ਉਪਦੇਸ਼ ਤੇ ਗੁਰਮਤਿ ਨੂੰ ਗ੍ਰਹਿਣ ਕਰਨ ਵਾਸਤੇ ਪਹਿਲਾਂ ਵੀ ਕਿਸੇ ਤਿਆਰੀ ਦੀ ਲੋੜ ਹੈ। ਭਾਵੇਂ ਗੁਰੂ ਦੇ ਸ਼ਬਦ ਨੇ ਇੱਕ ਸਿੱਖ ਦੀ ਮਾਨਸਿਕਤਾ ਤਿਆਰ ਕਰਨੀ ਹੈ, ਪਰ ਉਹਦੇ ਤੋਂ ਪਹਿਲਾਂ ਵੀ ਕੁਝ ਜ਼ਰੂਰੀ ਗੱਲਾਂ ਨੇ, ਉਹਨਾਂ ਤੋਂ ਬਿਨਾਂ ਗੁਰੂ ਦੇ ਸ਼ਬਦ ਦੀ ਗੱਲ ਜਿਹੜੀ ਹੈ ਮਨੁੱਖ ਦੇ ਮਨ ਵਿੱਚ ਸਮਾ ਨਹੀਂ ਸਕਦੀ। ਇਹ ਬੜੀ ਜ਼ਰੂਰੀ ਗੱਲ ਹੈ ਤੇ ਇਹ ਬਹੁਤ ਬੜੇ ਇੱਕ ਤਰ੍ਹਾਂ ਦੇ ਕਹਿ ਲਓ ਮਨੋਵਿਗਿਆਨ ਦੀ ਇਹ ਖੇਡ ਹੈ ਸਾਰੀ ਦੀ ਸਾਰੀ। ਹੁਣ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਵੈਸੇ ਤੇ ਅਸੀਂ ਸਭ ਮੰਨਦੇ ਹਾਂ, ਸੋਝੀ ਵਾਲੇ ਹਾਂ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਸਾਨੂੰ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨ ਵਿੱਚ, ਜੀਵਨ ਜਿਉਣ ਲਈ ਜਿਹੜੀ ਸਾਨੂੰ ਸੋਝੀ ਚਾਹੀਦੀ ਹੈ, ਉਹਦੇ ਵਿੱਚ ਇੱਕ ਰੁਕਾਵਟ ਖੜੀ ਹੋ ਗਈ। ਉਹ ਰੁਕਾਵਟ ਸੀ ਸਾਡੀ ਹਉਂ, ਸਾਡੀ ਹਉਮੈ, ਮੈਂ ਕੁਝ ਹਾਂ ਬਸ। ਇਸ ਰੁਕਾਵਟ ਨੇ ਗੁਰੂ ਦੇ ਸ਼ਬਦ ਤੋਂ ਸਾਨੂੰ ਥੋੜਾ ਜਿਹਾ ਫਰਕ ਪਾ ਕੇ ਦੂਰ ਖਲਿਆਰੀ ਰੱਖਿਆ, ਦੂਰ ਰੁਕਾਵਟ ਵਿੱਚ ਰੱਖਿਆ। ਉਹ ਨੇੜਤਾ ਸਿੱਖ ਦੀ ਗੁਰੂ ਦੇ ਉਪਦੇਸ਼ ਨਾਲ ਨਾ ਬਣ ਸਕੀ ਜਿਹੜੀ ਕਿ ਬਣ ਜਾਣੀ ਚਾਹੀਦੀ ਸੀ। ਤੇ ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਵੀ ਮੈਂ ਤਾਂ ਐਸੇ ਅੱਖਾਂ ਖੋਲ ਕੇ ਤੁਰਨ ਵਾਲੇ ਜਾਗਰੂਕ ਚੇਤਨ ਤੇ ਸਿਆਣੇ ਅਖਵਾਉਣ ਵਾਲੇ ਲੋਕਾਂ ਨੂੰ ਮੈਂ ਤਾਂ ਲੁੱਟੀ ਦੇ ਹੋਏ ਰੋਜ਼ ਵੇਖਦਾ। ਐਸੀ ਸਿਆਣਪ ਹੁੰਦਿਆਂ ਆਇਆ ਵੀ ਉਹ ਲੁੱਟੇ ਜਾ ਰਹੇ ਹਨ। ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋਰੇ ਭਾਈ। ਆਪਣਾ ਜੀਵਨ ਨਾ ਬਚਾ ਸਕੇ, ਇਹ ਵੀ ਉਹਨਾਂ ਹੀ ਕਮਜ਼ੋਰੀਆਂ ਦੇ ਸ਼ਿਕਾਰ ਜਿਨ੍ਹਾਂ ਕਮਜ਼ੋਰੀਆਂ ਦੇ ਕੁਝ ਵੀ ਨਾ ਜਾਣਨ ਵਾਲੇ ਬੰਦੇ ਸ਼ਿਕਾਰ ਨੇ ਨਾ। ਜਾਣਨ ਵਾਲੇ ਬੰਦੇ ਵੀ ਉਹਨਾਂ ਹੀ ਕਮਜ਼ੋਰੀਆਂ ਦੇ ਸ਼ਿਕਾਰ ਨੇ। ਹੁਣ ਤੁਸੀਂ ਦੱਸੋ, ਇਹਨਾਂ ਦਾ ਜਾਣ ਲੈਣਾ ਕੁਝ ਇਹਨਾਂ ਦੇ ਕੁਝ ਫਾਇਦੇ 'ਚ ਹੋਇਆ? ਜੇ ਮੈਂ ਉਦਾਹਰਣ ਦੇਣਾ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿਸੇ ਸ਼ਬਦ ਦੀ ਇਹ ਸਮਝ ਹੈ ਵੀ ਇਹਦੇ 'ਚ ਇਹ ਲਿਖਿਆ, ਇੱਕ ਬੰਦਾ ਨਹੀਂ ਜਾਣਦਾ ਇਹ ਗੱਲ, ਜਿਹੜਾ ਨਹੀਂ ਜਾਣਦਾ ਉਹਦੇ ਨਾਲੋਂ ਤੁਹਾਡੀ ਵੋਟ ਮੇਰੇ ਹੱਕ 'ਚ ਹੋਏਗੀ ਵੀ ਇਹ ਬੰਦਾ ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਜਾਣਦਾ, ਪਰ ਮੈਂ ਉਹਨੂੰ ਮੰਨਦਾ ਨਹੀਂ, ਬਿਲਕੁਲ ਨਹੀਂ ਕਮਾਉਂਦਾ, ਬਿਲਕੁਲ ਨਹੀਂ ਮੰਨਦਾ। ਤੁਸੀਂ ਕਹੋਗੇ ਬੰਦਾ ਗਿਆਨੀ ਹੈ। ਗੁਰੂ ਮਹਾਰਾਜ ਕਹਿਣਗੇ ਨਹੀਂ, ਕੋਈ ਫਾਇਦਾ ਨਹੀਂ ਇਹਦੇ ਗਿਆਨ ਦਾ। ਉਹ ਮੰਨਿਆ ਤੇ ਇਹਨੇ ਵੀ ਨਹੀਂ, ਕਮਾਇਆ ਤੇ ਇਹਨੇ ਵੀ ਨਹੀਂ। ਇਹ ਕੰਜੂਸੀ ਕਰ ਛੱਡੀ ਨਾ, ਵੀ ਗੱਲ ਸਮਝ ਤੇ ਆ ਗਈ ਪਰ ਕਮਾਈ ਨਹੀਂ। ਇਹਦਾ ਮਤਲਬ ਹੈ ਇਹਦੀ ਤਾਂ ਹਾਲਤ, ਇੱਕ ਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ, ਇਹਦੀ ਤਾਂ ਹਾਲਤ ਉਹਦੇ ਨਾਲੋਂ ਵੀ ਗਈ ਗੁਜ਼ਰੀ ਹੈ। ਜੇ ਉਹਨੂੰ ਪਤਾ ਲੱਗ ਜਾਂਦਾ, ਹੋ ਸਕਦਾ ਸੀ ਉਹ ਕੁਝ ਨਾ ਕੁਝ ਮੰਨ ਲੈਂਦਾ, ਕਮਾ ਲੈਂਦਾ। ਇਹਨੂੰ ਤਾਂ ਪਤਾ ਹੋਣ ਦੇ ਬਾਵਜੂਦ ਵੀ ਇਹਨੇ ਕੱਖ ਨਹੀਂ ਮੰਨਿਆ। ਇਹਦਾ ਦੋਸ਼ ਵੱਧ ਹੈ, ਇਹ ਵੱਧ ਦੋਸ਼ੀ ਹੈ। ਇਹਦੀ ਗਲਤੀ ਉਹਦੇ ਨਾਲੋਂ ਵੱਡੀ ਹੈ। ਉਹਦੀ ਗਲਤੀ ਇਹ ਹੈ ਵੀ ਉਹਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਇਹਦੀ ਗਲਤੀ ਇਹਨੂੰ ਪਤਾ ਹੁੰਦਿਆਂ ਹੋਏ ਵੀ ਇਹਨੇ ਕੀਤਾ ਕੱਖ ਨਹੀਂ। ਇਹਨੂੰ ਮਹਾਰਾਜ ਬਾਣੀ ਵਿੱਚ ਆਖਦੇ ਨੇ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ। ਇੱਕ ਬੰਦੇ ਕੋਲ ਚਾਨਣ ਨਹੀਂ, ਉਹ ਕਿਸੇ ਖੱਡ 'ਚ ਡਿੱਗ ਪਿਆ, ਉਹ ਬਾਅਦ ਵਿੱਚ ਕਹਿ ਸਕਦਾ ਵੀ ਮੇਰੇ ਕੋਲ ਕੋਈ ਸਾਧਨ ਨਹੀਂ ਸੀ, ਕੋਈ ਸਹੂਲਤ ਨਹੀਂ, ਮੈਂ ਕੀ ਕਰਦਾ। ਉਹਦਾ ਬਹਾਨਾ, ਉਹਦੀ ਗੱਲ ਸੁਣੀ ਜਾ ਸਕਦੀ, ਉਹਦੀ ਮਜਬੂਰੀ ਸਮਝੀ ਜਾ ਸਕਦੀ ਹੈ। ਇੱਕ ਬੰਦੇ ਦੀ ਤਲੀ ਉੱਤੇ ਦੀਵਾ ਹੈ, ਚਾਨਣ ਹੈ, ਉਹ ਫਿਰ ਵੀ ਖੂਹ 'ਚ ਡਿੱਗ ਪਵੇ, ਉਹਦਾ ਬਹਾਨਾ ਨਹੀਂ ਚੱਲੇਗਾ। ਉਹ ਕਿਸੇ ਮਜਬੂਰੀ ਦਾ ਵਾਸਤਾ ਨਹੀਂ ਪਾ ਸਕਦਾ। ਉਹਦੇ ਵਾਸਤੇ ਤਾਂ ਇਹੀ ਕਹਿ ਸਕਦੇ ਹਾਂ ਵੀ ਤੂੰ ਫਾਇਦਾ ਨਹੀਂ ਲੈ ਸਕਿਆ। ਚਾਨਣ ਤੇਰੇ ਕੋਲ ਸੀ, ਕਾਸ਼ ਤੂੰ ਕਿਤੇ ਧਿਆਨ ਦਿੰਦਾ ਤੇ ਇਸ ਖੱਡ ਵਿੱਚ ਤੂੰ ਨਹੀਂ ਸੀ ਡਿੱਗਣਾ। ਤੇਰੇ ਕੋਲ ਚਾਨਣ ਹੋਣ ਦਾ ਕੀ ਫਾਇਦਾ ਹੋਇਆ? ਜਿਹਦੇ ਕੋਲ ਨਹੀਂ ਸੀ ਉਹ ਵੀ ਇਸ ਖੂਹ 'ਚ ਡਿੱਗਾ, ਤੇਰੇ ਕੋਲ ਚਾਨਣ ਸੀ, ਤੂੰ ਵੀ ਇਸੇ ਖੂਹ 'ਚ ਡਿੱਗਾ। ਦੱਸ, ਇਸ ਚਾਨਣ ਦਾ ਤੈਨੂੰ ਫਾਇਦਾ ਕੋਈ ਹੋਇਆ? ਕੋਈ ਲਾਭ ਹੋਇਆ ਤੈਨੂੰ? ਕਾਸ਼ ਤੂੰ ਇਹਦਾ ਲਾਭ ਲੈਣ ਦੀ ਅੰਦਰ ਕਾਬਲੀਅਤ ਰੱਖਦਾ, ਸੋਝੀ ਰੱਖਦਾ। ਤੋ ਇਹ ਦਸ਼ਾ ਦੀ ਗੱਲ ਗੁਰੂ ਮਹਾਰਾਜ ਬਾਣੀ 'ਚ ਕਰਦੇ ਨੇ ਵੀ ਜਾਗਤ ਮੁਸੀਅਤ ਹੋ ਰੇ ਭਾਈ।
ਵੀ ਸੁਚੇਤ ਸਮਝਦਾ ਹੈ ਆਪਣੇ ਆਪ ਨੂੰ, ਸਿਆਣਾ ਮੰਨਦਾ ਹੈ ਆਪਣੇ ਆਪ ਨੂੰ, ਫਿਰ ਵੀ ਤੂੰ ਉਹਨਾਂ ਕਮੀਆਂ ਦਾ ਸ਼ਿਕਾਰ ਕਿਉਂ ਹੈ, ਉਹਨਾਂ ਔਗਣਾਂ ਦਾ ਸ਼ਿਕਾਰ ਕਿਉਂ ਹੈ ਜਿਨ੍ਹਾਂ ਦਾ ਸ਼ਿਕਾਰ ਇੱਕ ਅਗਿਆਨੀ ਹੁੰਦਾ ਹੈ, ਬੇਸਮਝ ਹੁੰਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਮੈਂ ਕਿਹਨਾਂ ਨੂੰ ਮੰਨਾਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵੀ ਇਹ ਪੂਰੀ ਮੱਤ ਵਾਲੇ ਹਨ, ਸ੍ਰੇਸ਼ਟ ਮੱਤ ਵਾਲੇ ਹਨ, ਇਹ ਉਜਲੀ ਬੁੱਧ ਵਾਲੇ ਹਨ। ਇਹਨਾਂ ਨੂੰ ਜੀਵਨ ਦੇ ਰਸਤੇ ਦੀ ਸਹੀ ਸਮਝ ਹੈ ਵੀ ਜੀਵਨ ਦੇ ਰਾਹ ਵਿੱਚ ਕਿਹੋ ਜਿਹੇ ਉਤਰਾਅ ਚੜ੍ਹਾਅ ਆ ਸਕਦੇ ਨੇ, ਉਹਨਾਂ ਨੂੰ ਕਿਵੇਂ ਪਾਰ ਕਰੀਦਾ ਹੈ, ਜੀਵਨ ਵਿੱਚ ਕਿਹੜੇ ਕਿਹੜੇ ਗੁਣਾਂ ਦੀ ਲੋੜ ਹੈ ਜਿਨ੍ਹਾਂ ਨਾਲ ਜੀਵਨ ਬੜਾ ਸਹਿਜ ਸੁਖ ਤੇ ਆਤਮਕ ਆਨੰਦ ਵਾਲਾ ਬਤੀਤ ਕਰ ਸਕੀਦਾ। ਇਹ ਜੀਵਨ ਪ੍ਰਤੀ ਚੇਤਨ ਲੋਕ, ਐਸੀ ਮੱਤ ਕਿੱਥੋਂ ਮਿਲਦੀ ਹੈ। ਤੇ ਉਹਨਾਂ ਦੀ ਮੱਤ ਵੱਲ, ਉਹਨਾਂ ਦੇ ਜੀਵਨ ਵੱਲ ਵੇਖ ਕੇ ਕੋਈ ਦੂਜਾ ਵੀ ਲਾਭ ਲੈ ਸਕੇ, ਐਸੇ ਪ੍ਰਧਾਨ ਸ੍ਰੇਸ਼ਟ ਪੁਰਖ ਕਿਹੜੇ ਹਨ। ਪਾਤਸ਼ਾਹ ਕਹਿੰਦੇ ਮੱਤ ਪੂਰੀ ਪ੍ਰਧਾਨ ਤੇ ਕੌਣ ਹਨ? ਗੁਰ ਪੂਰੇ ਮਨ ਮੰਦ, ਜਿਨ੍ਹਾਂ ਦੇ ਮਨ ਵਿੱਚ ਗੁਰੂ ਪੂਰੇ ਦਾ, ਪੂਰੇ ਪਰਫੈਕਟ ਸਤਿਗੁਰੂ ਦੇ ਗਿਆਨ ਦਾ ਉਪਦੇਸ਼ ਵਸ ਗਿਆ। ਮੰਤ ਦਾ ਅਰਥ ਹੁੰਦਾ ਹੈ ਸਲਾਹ, ਮੰਤਰ, ਉਪਦੇਸ਼, ਮਤ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਉਪਦੇਸ਼ ਵਸ ਗਿਆ, ਉਹ ਆਪਣੇ ਜੀਵਨ ਦੇ ਰਸਤੇ ਪ੍ਰਤੀ ਚੇਤਨ ਤੇ ਸੁਚੇਤ ਹੋ ਗਏ। ਉਹਨਾਂ ਨੂੰ ਇੰਨੀ ਤੇ ਸਮਝ ਆ ਜਾਂਦੀ ਵੀ ਇੱਥੇ ਹੁਣ ਕ੍ਰੋਧ ਨਾਲ ਗੱਲ ਵਿਗੜਨ ਵਾਲੀ ਹੈ, ਸਾਂਭ ਲਓ। ਸਮਝ ਆ ਗਈ ਨਾ ਵੀ ਇੱਥੇ ਹੁਣ ਮੇਰੇ ਹੰਕਾਰ ਨਾਲ ਖੇਡ ਵਿਗੜੇਗੀ, ਹੁਣ ਮੈਂ ਆਪਣੇ ਹੰਕਾਰ ਨੂੰ ਕੰਟਰੋਲ 'ਚ ਰੱਖਾਂ। ਪਰ ਵਿਗੜਦੀ ਇਹਨਾਂ ਗੱਲਾਂ ਕਰਕੇ ਬੰਦੇ ਨੂੰ ਕੋਈ ਜ਼ਬਤ ਨਹੀਂ, ਕੋਈ ਮਰਿਆਦਾ ਨਹੀਂ, ਕੋਈ ਕੰਟਰੋਲ ਨਹੀਂ, ਵਿਗੜਦੀ ਇਸੇ ਕਰਕੇ। ਇੱਥੇ ਹੁਣ ਮੇਰੇ ਸ਼ਬਦਾਂ ਨਾਲ ਖੇਡ ਵਿਗੜ ਜਾਣੀ, ਮੈਂ ਕੰਟਰੋਲ ਕਰ ਲਵਾਂ। ਇਹਨਾਂ ਤਾਂ ਬੰਦੇ ਨੂੰ ਪਤਾ ਲੱਗਦਾ ਹੀ ਹੈ ਵੀ ਮੈਂ ਕੀ ਕਹਿ ਰਿਹਾ, ਕਿਸ ਪਾਸੇ ਤੁਰ ਰਿਹਾ, ਕੀ ਸੋਚ ਰਿਹਾ। ਪਰ ਮਨੁੱਖ ਹੈ ਬੇਲਗਾਮ, ਦੌੜ ਰਿਹਾ ਹੈ, ਬਸ ਇਹ ਨਹੀਂ ਵੇਖ ਰਿਹਾ ਵੀ ਕਿੱਥੇ ਜਾ ਕੇ ਪੈਰ ਖਲੋਣਗੇ। ਇੰਨਾ ਬੇਲਗਾਮ ਹੈ, ਕੋਈ ਮਰਿਆਦਾ ਨਹੀਂ ਹੈ ਜੀਵਨ ਦੀ। ਮੁਆਫ ਕਰਨਾ, ਅਸੀਂ ਬਾਹਰ ਦੀਆਂ ਮਰਿਆਦਾਵਾਂ ਦੀਆਂ ਦੁਹਾਈਆਂ ਤੇ ਦਿੰਦੇ ਦਿੰਦੇ ਵੇਖੋ ਕਿੰਨੇ ਸਮੇਂ ਗੁਜ਼ਾਰਦੇ ਹਾਂ। ਗੁਰਮਤਿ ਨੇ ਇੱਕ ਜੀਵਨ ਦੀ ਵੀ ਮਰਿਆਦਾ ਮਿਥੀ ਹੈ। ਸਾਡੇ ਵਰਗੇ ਨਾ ਦੁਨੀਆ ਨੂੰ ਮਰਿਆਦਾਵਾਂ ਦੀਆਂ ਗੱਲਾਂ ਸਿਖਾਉਣ ਵਾਲੇ, ਜਦੋਂ ਕੋਈ ਮਾੜੀ ਮੋਟੀ ਗੱਲ ਹੋ ਜਾਂਦੀ ਹੈ ਨਾ, ਖੁਦ ਹੀ ਭੁੱਲ ਜਾਂਦੇ ਨੇ ਮਰਿਆਦਾ ਕੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਬਾਹਰ ਦੀ ਮਰਿਆਦਾ ਤੇ ਰਟੀ ਹੁੰਦੀ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀਵਨ ਦੀ ਸੁਚੱਜੀ ਮਰਿਆਦਾ, ਇੱਕ ਸਚਿਆਰੇ ਜੀਵਨ ਦੀ ਮਰਿਆਦਾ ਦ੍ਰਿੜ ਕਰਾਉਂਦੇ, ਉਹਦੇ ਤੋਂ ਖਾਲੀ ਹੁੰਦੇ ਨੇ। ਨਾ ਉਹਨਾਂ 'ਚ ਧੀਰਜ ਹੁੰਦਾ ਹੈ, ਨਾ ਉਹਨਾਂ 'ਚ ਕੋਈ ਸਹਿਜ ਹੁੰਦਾ ਹੈ, ਨਾ ਉਹਨਾਂ 'ਚ ਬਰਦਾਸ਼ਤ ਕਰਨ ਦਾ ਮਾਦਾ ਹੁੰਦਾ ਹੈ, ਨਾ ਉਹਨਾਂ 'ਚ ਮਿੱਠ ਬੋਲੜਾ ਸੁਭਾਅ ਹੁੰਦਾ ਹੈ, ਨਾ ਉਹਨਾਂ ਦੇ ਵਿੱਚ ਕਿਸੇ ਮਨੁੱਖ ਦੀ ਕਮਜ਼ੋਰ ਰਾਗ ਨੂੰ ਸਮਝਣ ਤੋਂ ਬਾਅਦ ਉਹਨੂੰ ਉੱਥੇ ਹੀ ਛੱਡ ਦੇਣ ਦੀ ਗੱਲ ਹੁੰਦੀ। ਉਹਦਾ ਵੀ ਨਜਾਇਜ਼ ਫਾਇਦਾ ਉਵੇਂ ਹੀ ਲੈਂਦੇ ਨੇ ਜਿਵੇਂ ਚਾਤਰ ਲੋਕ ਲੈਂਦੇ ਨੇ। ਤੋ ਮੁਆਫ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਕਰੇਗਾ ਬਾਹਰ ਦੀ ਮਰਿਆਦਾ ਨੂੰ, ਜੇ ਅੰਦਰ ਦੀ ਮਰਿਆਦਾ ਤੋਂ ਤੂੰ ਸਖਣਾ ਤੇ ਖਾਲੀ ਹੈ। ਉਹ ਬਾਹਰ ਦੀ ਮਰਿਆਦਾ ਤੇ ਇਸ ਕਰਕੇ ਹੁੰਦੀ ਹੈ ਵੀ ਤੂੰ ਗੁਰੂ ਦੇ ਉਪਦੇਸ਼ ਨੂੰ ਸਮਝਣ ਲਈ ਇੱਕ ਟਰੈਕ ਤੇ ਚੜ ਜਾਏ। ਯਾਦ ਰੱਖਿਓ ਵੀ ਤੂੰ ਇੱਕ ਰਾਹ ਤੇ ਪੈ ਜਾਏ, ਵੀ ਇੱਕ ਲੀਹ ਦੇ ਉੱਤੇ, ਇੱਕ ਰਸਤੇ ਉੱਤੇ ਤੁਰ ਪਵੇਂ, ਪਾਬੰਦੀ ਨਾਲ ਅਸੂਲ ਪਾੜ ਲਵੇਂ ਤੇ ਫਿਰ ਉਸ ਗੱਲ ਤੱਕ ਪਹੁੰਚ ਜਾਏ। ਮੈਂ ਉਦਾਹਰਣ ਦਿੰਦਾ, ਬੱਚਾ ਸਕੂਲ ਭੇਜਦੇ ਹਾਂ, ਸਕੂਲ ਨੇ ਇੱਕ ਯੂਨੀਫਾਰਮ ਮਿਲ ਦਿੱਤੀ, ਟਾਈਮ ਟੇਬਲ ਮਿਲ ਦਿੱਤਾ, ਸਾਰਾ ਕੁਝ ਸਾਨੂੰ ਪਤਾ ਹੈ। ਅੱਜ ਕੱਲ੍ਹ ਸਕੂਲਾਂ ਵਿੱਚ ਐਸਾ ਵੀ ਚੱਲਦਾ ਹੈ, ਉਹ ਬਾਕਾਇਦਾ ਲਿਖ ਕੇ ਭੇਜਣ ਲੱਗ ਗਏ ਕਿ ਤੁਸੀਂ ਸਵੇਰ ਵੇਲੇ ਬੱਚੇ ਨੂੰ ਇਹ ਕੁਝ ਖਾਣ ਨੂੰ ਦਿਓ, ਉਹਦੇ ਟਿਫਨ ਵਿੱਚ ਇਹ ਕੁਝ ਪਾ ਕੇ ਭੇਜੋ, ਰਾਤ ਨੂੰ ਇਹ ਖਾਣ ਨੂੰ ਦਿਓ, ਤਾਂ ਕਿ ਬੱਚੇ ਦੀ ਡਿਵੈਲਪਮੈਂਟ ਉਸ ਹਿਸਾਬ ਨਾਲ, ਉਹਦੀ ਏਜ ਦੇ ਹਿਸਾਬ ਨਾਲ ਹੋ ਸਕੇ। ਅੱਜ ਕੱਲ੍ਹ ਸਕੂਲਾਂ ਨੇ ਇੱਕ ਨਵਾਂ ਟ੍ਰੈਂਡ ਪੈਦਾ ਕਰ ਲਿਆ, ਤਾਂ ਕਿ ਜਿਹੜੀ ਖੁਰਾਕ ਵੱਡਾ ਖਾ ਰਿਹਾ ਹੈ, ਇੱਕ ਕੰਮ ਕਰਨ ਵਾਲਾ ਖਾ ਰਿਹਾ, ਇੱਕ ਛੋਟਾ ਬੱਚਾ ਜਿਹਨੇ ਅਜੇ ਡਿਵੈਲਪਮੈਂਟ ਜਿਹਦੀ ਹੋਣੀ ਹੈ ਤੇ ਜਿਹਨੇ ਪੜ੍ਹਨਾ ਵੀ ਹੈ ਤੇ ਸਿੱਖਣਾ ਵੀ ਹੈ, ਉਹਦੀ ਖੁਰਾਕ ਵੀ ਉਹਦੇ ਹਿਸਾਬ ਨਾਲ ਮਾਤਾ ਪਿਤਾ ਦੇਣ। ਇਹ ਜ਼ਿੰਮੇਵਾਰੀ ਦੀ ਕਮਾਂਡ ਵੀ ਜਿਹੜੀ ਸੀ ਨਾ, ਇਹ ਟੀਚਰ ਨੇ ਆਪਣੇ ਹੱਥ ਲੈ ਲਈ, ਕਿਉਂਕਿ ਉਹ ਜਾਣਦੇ ਨੇ ਵੀ ਸਾਡੇ ਇਕੱਲੇ ਲੈਸਨ ਰਟਾਉਣ ਦੇ ਨਾਲ ਬੱਚੇ ਦੀ ਡਿਵੈਲਪਮੈਂਟ ਨਹੀਂ ਹੋਣੀ। ਇਹ ਖਾਂਦਾ ਕੀ ਹੈ, ਇਹ ਕਰਦਾ ਕੀ ਹੈ, ਉਹ ਬਕਾਇਦਾ। ਹੁਣ ਅਗਲੀ ਗੱਲ ਹੋ ਗਈ, ਮਾਤਾ ਪਿਤਾ ਨੂੰ ਸੱਦ ਕੇ ਉਹਨਾਂ ਦਾ ਸੈਸ਼ਨ ਲਾਉਣ ਲੱਗ ਪਏ ਵੀ ਹੱਦ ਹੋ ਗਈ, ਪੜ੍ਹਾਉਣਾ ਬੱਚੇ ਨੂੰ, ਤੁਸੀਂ ਮਾਂ-ਬਾਪ ਦੀ ਵੀ ਕਲਾਸ ਲਾ ਰਹੇ ਹੋ। ਉਹ ਕਹਿੰਦੇ ਨੇ ਜਿਹੜੇ ਮਾਂ-ਬਾਪ ਨੂੰ ਹੀ ਨਹੀਂ ਪਤਾ, ਉਹਨਾਂ ਕੋਲ ਰਹਿ ਕੇ ਬੱਚਾ ਡਿਵੈਲਪ ਨਹੀਂ ਹੋ ਸਕਦਾ। ਦੇਖੋ ਦੁਨੀਆ ਕਿੱਥੇ ਜਾ ਕੇ ਖਲੋ ਗਈ। ਉਹਨਾਂ ਨੂੰ ਪਤਾ ਹੈ ਵੀ ਇਕੱਲੇ ਲੈਸਨ ਰਟਾਉਣ ਦੇ ਨਾਲ ਬੱਚਾ ਡਿਵੈਲਪ ਨਹੀਂ ਹੋਣਾ। ਜਿਸ ਮਾਂ ਦੇ ਕੋਲ ਇਹਨੇ ਰਹਿਣਾ, ਜਿਸ ਮਾਂ ਕੋਲੋਂ ਖਾਣਾ, ਜਿਸ ਮਾਂ ਨੇ ਇਹਨੂੰ ਕੱਪੜੇ ਪਵਾਉਣੇ ਨੇ, ਜਿਸ ਮਾਂ ਨੇ ਇਹਦੇ ਨਾਲ ਘਰ 'ਚ ਗੱਲ ਕਰਨੀ ਹੈ, ਜਿਸ ਬਾਪ ਦੀ ਗੋਦ ਵਿੱਚ ਇਹਨੇ ਖੇਡਣਾ,
ਉਹਨਾਂ ਨੂੰ ਵੀ ਕੁਝ ਮੈਨਰਜ਼ ਦੱਸਣੇ ਪੈਣਗੇ ਵੀ ਇਸ ਬੱਚੇ ਨੂੰ ਜੇ ਡਿਵੈਲਪ ਹੋਣ ਵਾਸਤੇ ਤੁਸੀਂ ਸਾਡੇ ਕੋਲ ਭੇਜਦੇ ਹੋ ਤਾਂ ਇਹਦੇ 'ਚ ਤੁਹਾਡੇ ਸਹਿਯੋਗ ਦੀ ਲੋੜ ਹੈ ਸਾਨੂੰ। ਇਹ ਅੱਜ ਅਜੋਕੀ ਸੰਸਾਰ ਦੀ ਇਹ ਗੱਲ। ਔਰ ਬੱਚੇ ਨੂੰ ਅਸੀਂ ਟਾਈਮ ਟੇਬਲ ਵੀ ਪੂਰਾ ਧਿਆਨ ਰੱਖੀਏ, ਯੂਨੀਫਾਰਮ ਦਾ ਧਿਆਨ ਰੱਖੀਏ, ਖਾਣ ਪੀਣ ਦਾ ਧਿਆਨ ਰੱਖੀਏ, ਸਾਰੀ ਗੱਲ ਦਾ ਧਿਆਨ ਹੋਵੇ। ਪਰ ਬੱਚਾ ਜੇ ਫਿਰ ਵੀ ਟੀਚਰ ਦੇ ਸਾਹਮਣੇ ਜਾ ਕੇ ਉਹਦਾ ਲੈਸਨ ਸੁਣੇ ਹੀ ਨਾ, ਇੱਕ ਉਦਾਹਰਣ ਦੇ ਰਿਹਾ, ਉਹਦਾ ਲੈਸਨ ਨਹੀਂ ਸੁਣਦਾ, ਉਹਨੂੰ ਫੋਲੋ ਨਹੀਂ ਕਰਦਾ, ਤਾਂ ਬਾਕੀ ਸਾਰੀ ਮਰਿਆਦਾ ਦਾ ਕੋਈ ਤੁਸੀਂ ਸਮਝਦੇ ਹੋ ਵੀ ਫਾਇਦਾ ਨਿਕਲੇਗਾ? ਹੁਣ ਉਹ ਬਾਕੀ ਸਾਰੀ ਮਰਿਆਦਾ ਤੇ ਇਸ ਕਰਕੇ ਸੀ ਨਾ, ਰੂਲ ਇਸ ਕਰਕੇ ਸਨ ਵੀ ਇਹ ਪੜ੍ਹਨ ਵਾਸਤੇ ਇਹਦਾ ਬੇਸ ਤਿਆਰ ਹੋਵੇ, ਟਰੈਕ ਤੇ ਚੜ ਜਾਏ, ਤੇ ਇਸ ਕਰਕੇ ਉਹ ਪੜ੍ਹਨਾ ਸ਼ੁਰੂ ਕਰ ਦੇਵੇ। ਹੁਣ ਟਰੈਕ ਤੇ ਤਾਂ ਉਹ ਪੈ ਗਿਆ ਪਰ ਉਹ ਤੁਰਨ ਵਾਸਤੇ ਤਿਆਰ ਨਹੀਂ, ਉਹ ਉੱਥੇ ਜਾ ਕੇ ਵੀ ਰੁਕਾਵਟ ਹੈ। ਸੰਸਾਰ ਅੰਦਰ ਬੇਸ਼ੁਮਾਰ ਧਰਮੀ ਤੁਹਾਨੂੰ ਐਸੇ ਮਿਲਣਗੇ, ਉਹ ਰੋਡ ਤੇ ਤਾਂ ਪੈ ਗਏ ਨੇ ਪਰ ਅਗਾਂਹ ਪੈਰ ਪੁੱਟਣ ਲਈ ਤਿਆਰ ਨਹੀਂ। ਉਹ ਸਮਝਦੇ ਨੇ ਰੋਡ ਤੇ ਆ ਗਏ ਆ, ਸਮਝੋ ਮੰਜ਼ਿਲ ਤੇ ਆ ਗਏ ਆ। ਉਹ ਇਸੇ ਨੂੰ ਭੁਲੇਖੇਵਾਸ ਸਮਝੀ ਬੈਠੇ ਨੇ ਵੀ ਬਸ ਮਰਿਆਦਾ ਦਾ ਪਾਲਣ ਕਰਨ ਲੱਗ ਪਏ ਆ, ਹੁਣ ਇਹਦੋਂ ਵੱਧ ਕੁਝ ਸਿੱਖਣ ਦੀ ਲੋੜ ਨਹੀਂ, ਇਹਦੋਂ ਵੱਧ ਆਪਣੇ ਮਨ ਨੂੰ ਡਿਵੈਲਪ ਕਰਨ ਦੀ ਲੋੜ ਨਹੀਂ। ਗੁਰੂ ਦੇ ਉਪਦੇਸ਼ ਵਿੱਚ ਮਨ ਨੂੰ ਭਿੱਜ ਲੈਣ ਦੇਣਾ, ਗੁਰਮਤ ਨੂੰ ਹੰਡਾਉਣਾ ਤੇ ਜੀਣਾ, ਉਹ ਇਥੋਂ ਬਿਲਕੁਲ ਉਰੇ ਖਲੋ ਗਏ। ਇਸ ਕਰਕੇ ਉਹ ਕੌੜਾ ਬੋਲਦੇ ਨੇ। ਲੋਕ ਆਖਦੇ ਹੱਦ ਹੋ ਗਈ, ਤੂੰ ਪਾਠ ਕਰਨ ਵਾਲਾ ਵੀ ਕੌੜਾ ਬੋਲਦਾ, ਇਸ ਤਰ੍ਹਾਂ ਤੇ ਨਹੀਂ ਹੋਣਾ ਚਾਹੀਦਾ। ਉਹ ਵਿਚਾਰਾ ਟਰੈਕ ਤੇ ਤਾਂ ਚੜਿਆ ਪਰ ਖਲੋ ਗਿਆ। ਸਮਝਣਾ ਗੱਲ ਨੂੰ, ਇਹ ਔਗਣ ਮੇਰੇ 'ਚ ਵੀ ਹੋ ਸਕਦਾ। ਲੋਕ ਆਖਦੇ ਨੇ ਹੱਦ ਹੋ ਗਈ, ਬਾਹਰੋਂ ਤਾਂ ਬੜੀ ਮਰਿਆਦਾ ਰੱਖਦਾ ਪਰ ਅੰਦਰੋਂ ਬੇਈਮਾਨ ਹੈ ਤੂੰ। ਹੁਣ ਵਿਚਾਰਾ ਕੀ ਕਰੇ, ਉਹਨੇ ਸਾਰਾ ਕੁਝ ਸਮਝੀ ਉਸ ਗੱਲ ਨੂੰ ਲਿਆ। ਗੁਰੂ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਕਹਿੰਦੀ ਇਹ ਸਾਰੇ ਕਰਮ ਅਸੀਂ ਕਿਉਂ ਕਰਦੇ ਹਾਂ? ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮੈ ਨਾਸ਼। ਇਹ ਅਸੀਂ ਸਾਰਾ ਅਭਿਆਸ ਕਿਸੇ ਕਰਮ ਦਾ ਅਭਿਆਸ ਕਰਦੇ ਹਾਂ ਕਿਸੇ ਕਿਤੇ ਪਹੁੰਚਣ ਵਾਸਤੇ। ਇਹ ਜ਼ਰੂਰ ਧਿਆਨ ਰੱਖਣਾ ਵੀ ਉਸ ਕਰਮ ਦੇ ਵਿੱਚੋਂ ਜਿਸ ਪਾਸੇ ਵੱਲ ਮੈਂ ਤੁਰਨਾ ਉੱਥੇ ਮੈਂ ਪਹੁੰਚਾਂ ਵੀ ਜ਼ਰੂਰ। ਨਹੀਂ ਤਾਂ ਖਾਲੀ ਕਰਮ ਦਾ ਅਭਿਆਸ ਕਰਦਿਆਂ ਉਹ ਤਾਂ ਬਾਣੀ ਨੇ ਕਹਿ ਹੀ ਦਿੱਤਾ ਵੀ ਬੰਦੇ ਹਉਂ ਦਾ ਸ਼ਿਕਾਰ ਹੋ ਜਾਂਦੇ ਨੇ, ਹਉਮੈ ਦਾ ਸ਼ਿਕਾਰ ਹੋ ਜਾਂਦੇ। ਮੈਂ ਇੰਨਾ ਕਰ ਲਿਆ, ਮੈਂ ਇੰਨਾ ਕਰ ਸਕਦਾ, ਮੇਰੇ ਕੋਲੋਂ ਇੰਨਾ ਹੋਇਆ, ਤੂੰ ਕੌਣ ਹੁੰਦਾ ਮੈਨੂੰ ਮੱਤ ਦੇਣ ਵਾਲਾ। ਉਹ ਬਸ ਇੰਨੀ ਕੁ ਸੋਚ ਉੱਤੇ ਅੜ ਜਾਂਦੇ ਨੇ। ਤੋ ਗੁਰੂ ਮਹਾਰਾਜ ਆਖਦੇ ਨੇ ਜੇ ਜਾਣਿਓ ਪ੍ਰਭ ਆਪਣਾ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਪਿਆਰੇ ਪ੍ਰਭੂ ਨੂੰ ਆਪਣੇ ਅੰਦਰੋਂ ਜਾਣ ਲਿਆ, ਨਾਨਕ ਤੇ ਭਗਵੰਤ ਹੈ ਨਾਨਕ, ਉਹ ਭਾਗਾਂ ਵਾਲੇ ਜੀਵ ਹਨ। ਉਹਨਾਂ ਦੇ ਮੁੱਖ ਉਜਲੇ ਸਮਝੋ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਅੰਦਰੋਂ ਉਸ ਕਰਤੇ ਨੂੰ ਜਾਣਨ ਦਾ ਯਤਨ ਕੀਤਾ। ਪੌੜੀ ਵਿੱਚ ਆਖਦੇ ਨੇ ਮਮਾ ਜਾਹੂ ਮਰਮ ਪਛਾਨਾ, ਜਿਨ੍ਹਾਂ ਨੇ ਉਸ ਕਰਤੇ ਦਾ ਭੇਤ ਗੁਰੂ ਦੇ ਉਪਦੇਸ਼ ਰਾਹੀਂ ਜਾਣਿਆ ਹੈ। ਕਿਵੇਂ ਸਮਝਿਆ? ਭੇਟਤ ਸਾਧ ਸੰਗ ਪਤੀਆਨਾ, ਉਹਨਾਂ ਦਾ ਮਨ ਪਤੀਜ ਗਿਆ। ਜਿਹੜਾ ਉਪਦੇਸ਼ ਗੁਰੂ ਨੇ ਦਿੱਤਾ ਨਾ ਉਸ ਵਿੱਚ ਮਨ ਪਤੀਜਦਾ ਗਿਆ, ਜੁੜਦਾ ਗਿਆ, ਰਾਜ਼ੀ ਹੁੰਦਾ ਗਿਆ। ਪਤੀਜਣ ਦਾ ਅਰਥ ਹੈ ਮਨ ਰਾਜ਼ੀ ਹੋ ਜਾਏ, ਸਹਿਮਤ ਹੋ ਜਾਏ, ਐਗਰੀ ਹੋ ਜਾਏ ਵੀ ਠੀਕ ਹੈ। ਗੁਰੂ ਦੇ ਉਪਦੇਸ਼ ਨੂੰ ਸੁਣਨਾ ਤੇ ਦੱਸਣਾ ਇੱਕ ਵੱਖਰੀ ਗੱਲ ਹੈ, ਪਰ ਮਾਨਸਿਕ ਤੌਰ ਉੱਤੇ ਗੁਰੂ ਦੇ ਉਪਦੇਸ਼ ਨਾਲ ਐਗਰੀ ਹੋਣਾ, ਸਹਿਮਤ ਹੋਣਾ ਇੱਕ ਵੱਖਰੀ ਗੱਲ ਹੈ। ਹੋ ਸਕਦਾ ਜਿਹੜੀ ਗੱਲ ਮੈਂ ਕਹਿ ਰਿਹਾ ਮੇਰਾ ਮਨ ਖੁਦ ਹੀ ਨਾ ਰਾਜ਼ੀ ਹੋਵੇ, ਪਰ ਮਜਬੂਰੀ ਇੱਕ ਗੱਲ ਕਰਮ ਹੈ, ਕਰ ਰਿਹਾ ਮੈਂ, ਪਰ ਮੈਂ ਸੁਣ ਰਿਹਾ ਹਾਂ। ਹੋ ਸਕਦਾ ਮਹਾਰਾਜ ਦਾ ਉਪਦੇਸ਼ ਮੈਂ ਸੁਣਾ ਬੜੇ ਧਿਆਨ ਨਾਲ, ਕਵਾਂ ਬੜੇ ਧਿਆਨ ਨਾਲ, ਪਰ ਮਾਨਸਿਕ ਤੌਰ ਉੱਤੇ ਮੈਂ ਸਹਿਮਤ ਨਹੀਂ। ਜੇ ਮੈਂ ਸਹਿਮਤ ਹੋਵਾਂ ਤਾਂ ਉਹਨੂੰ ਕਮਾ ਨਾ ਲਵਾਂ। ਉੱਥੇ ਮੈਂ ਸੋਚਦਾ ਨਹੀਂ ਔਖਾ ਹੈ, ਕਲਯੁਗ ਹੈ, ਨਹੀਂ ਮੰਨੀ ਜਾਣੀ, ਲੋਕ ਚੰਗੇ ਨਹੀਂ, ਕਿਵੇਂ ਮੰਨੇਗਾ, ਨੁਕਸਾਨ ਹੋਏਗਾ, ਕਿਵੇਂ ਯਾਨੀ ਕਿ ਅਸੀਂ ਆਪਣੇ ਫਿਰ ਨਾ ਮੰਨਣ ਵਾਸਤੇ ਆਰਗੂਮੈਂਟ ਪੈਦਾ ਕਰ ਲੈਂਦੇ ਆ ਨਾ, ਵੀ ਤਾਂ ਕਿ ਅਸੀਂ ਆਰਗੂਮੈਂਟ ਦੇ ਸਕੀਏ ਕਿ ਵੇਖਿਆ ਆਹ ਕਾਰਨ ਨੇ ਜਿਨ੍ਹਾਂ ਕਰਕੇ ਨਹੀਂ ਮੰਨੀ ਜਾ ਸਕਦੀ। ਇਹਦਾ ਭਾਵ ਹੈ ਵੀ ਅਸੀਂ ਮੈਂਟਲੀ ਤੌਰ ਉੱਤੇ ਡਿਸਐਗਰੀ ਹਾਂ, ਸਹਿਮਤ ਨਹੀਂ ਹਾਂ, ਇਹ ਹੋ ਨਹੀਂ ਸਕਦੀ। ਗੱਲ ਤੇ ਤੁਹਾਡੀ ਸਹੀ ਹੈ ਪਰ ਮੰਨਣ ਯੋਗ ਨਹੀਂ। ਗੱਲ ਸਹੀ ਹੈ ਪਰ ਮੰਨਣ ਦੇ ਯੋਗ ਨਹੀਂ। ਇਹਦਾ ਮਤਲਬ ਹੈ ਆਪਣੀ ਗੱਲ ਆਪਣੇ ਕੋਲ ਹੀ ਰੱਖੋ, ਇਹ ਸਾਡੇ ਕੰਮ ਨਹੀਂ ਆ ਸਕਦੀ ਕਿਸੇ ਵੀ ਹਿਸਾਬ ਨਾਲ। ਇਹਦਾ ਭਾਵ ਇਹੀ ਨਿਕਲਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਗੁਰੂ ਕੋਲ ਬੈਠੀਏ ਤਾਂ ਗੁਰੂ ਦੇ
ਉਪਦੇਸ਼ ਨਾਲ ਮਨ ਸਹਿਮਤ ਹੋ ਜਾਂਦਾ ਹੈ, ਭਾਵ ਮਨ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕਰ ਲੈਂਦਾ ਹੈ। ਇਹਨੂੰ ਆਖਦੇ ਨੇ ਭੇਟਤ ਸਾਧ ਸੰਗ ਪਤੀਆਨਾ, ਮਨ ਪਤੀਜ ਗਿਆ। ਤੋ ਸਤਿਗੁਰੂ ਆਖਦੇ ਨੇ ਦੁੱਖ ਸੁਖ ਉਆ ਕੈ ਸਮਤ ਵਿਚਾਰਾ। ਉਸ ਪੁਰਖ ਵਾਸਤੇ, ਸਤਸੰਗੀ ਵਾਸਤੇ ਫਿਰ ਦੁੱਖ ਤੇ ਸੁਖ ਬਰਾਬਰ ਹੋ ਜਾਂਦੇ। ਉਹਨੂੰ ਐਸੇ ਜੀਵਨ ਪੱਧਰ ਉਤੇ ਗੁਰੂ ਮਹਾਰਾਜ ਲੈ ਜਾਂਦੇ ਨੇ, ਐਸੀ ਜੀਵਨ ਅਵਸਥਾ ਬਖਸ਼ਿਸ਼ ਕਰ ਦਿੰਦੇ ਨੇ ਜਿੱਥੇ ਜਾ ਕੇ ਉਹਦੇ ਲਈ ਦੁੱਖ ਤੇ ਸੁਖ ਬਰਾਬਰ, ਭਾਵ ਉਹ ਦੁੱਖ ਵਿੱਚ ਵੀ ਉਹਨੂੰ ਧਿਆਉਂਦਾ ਹੈ ਤੇ ਸੁਖ ਵੇਲੇ ਹੰਕਾਰੀ ਨਹੀਂ ਹੁੰਦਾ, ਉਦੋਂ ਵੀ ਉਹਦੀ ਯਾਦ ਵਿੱਚ ਜੁੜਦਾ ਹੈ। ਉਹ ਦੋਵਾਂ ਚੀਜ਼ਾਂ ਨੂੰ ਰੱਬ ਦੀ ਦਾਤ ਸਮਝਦਾ ਹੈ। ਕੇਤਿਆਂ ਦੂਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਦੁੱਖ ਵੇਲੇ ਉਹ ਲਾਂਭਾ ਨਹੀਂ ਤੇ ਸੁਖ ਵੇਲੇ ਹਉਮੈ ਨਹੀਂ, ਹੰਕਾਰ ਨਹੀਂ। ਉਹ ਦੋਵਾਂ ਹਾਲਤਾਂ ਵਿੱਚ ਵੀ ਉਸ ਕਰਤੇ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਉਹਦੇ ਗੁਣ ਗਾਉਂਦਾ। ਤੋ ਪਾਤਸ਼ਾਹ ਕਹਿੰਦੇ ਨੇ ਨਰਕ ਸੁਰਗ ਰਹਿਤ ਅਵਤਾਰਾ। ਉਹ ਨਰਕ ਤੋਂ ਤੇ ਸੁਰਗ ਤੋਂ, ਭਾਵ ਉਹਨੂੰ ਨਾ ਤਾਂ ਇਸ ਗੱਲ ਦਾ ਭੈ ਹੈ ਵੀ ਮੈਂ ਨਰਕਾਂ 'ਚ ਚਲੇ ਜਾਣਾ, ਤੇ ਨਾ ਇਸ ਗੱਲ ਦਾ ਲਾਲਚ ਹੈ ਵੀ ਮੈਨੂੰ ਸੁਰਗ ਮਿਲ ਜਾਏ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋਊ ਰਾਧੇ। ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ, ਪਰ ਜਾਨੀ ਕਿ ਉਹਨਾਂ ਝੂਠੇ ਲਾਰਿਆਂ ਤੇ ਡੰਬਰਾਂ ਤੇ ਡਰਾਂ ਤੋਂ ਬਹੁਤ ਉੱਪਰ ਉੱਠ ਗਿਆ, ਉਹ ਮਾਲਕ ਦਾ ਹੋ ਗਿਆ। ਇਸੇ ਵਾਸਤੇ ਕਬੀਰ ਸਾਹਿਬ ਨੇ ਬਾਣੀ ਚ ਆਖਿਆ ਸੁਰਗ ਬਾਸ ਨਾ ਬਾਂਛੀਐ, ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ, ਰਮਈਆ ਗੁਣ ਗਾਈਐ ਜਾਂਤੇ ਪਾਈਐ ਪਰਮ ਨਿਧਾਨ। ਤੋ ਗੁਰੂ ਮਹਾਰਾਜ ਆਖਦੇ ਨੇ ਤਾਹੂ ਸੰਗ ਤਾਹੂ ਨਿਰਲੇਪਾ। ਉਹਨੂੰ ਸੋਝੀ ਆ ਗਈ ਵੀ ਉਹ ਜਿਹੜਾ ਕਰਤਾ ਪੁਰਖ ਵਾਹਿਗੁਰੂ ਸਦਾ ਮੇਰੇ ਨਾਲ ਹੈ ਨਾ, ਉਹ ਮੇਰੇ ਸਾਰੇ ਕਰਮਾਂ ਤੋਂ ਨਿਰਲੇਪ ਵੀ ਹੈ। ਉਹ ਮੇਰੇ ਅੰਦਰ ਵਸਦਾ ਹੈ ਪਰ ਮੇਰੇ ਪਾਪ ਦਾ ਰੰਗ ਉਹਦੇ ਤੇ ਨਹੀਂ ਚੜਦਾ। ਉਹ ਮੇਰੇ ਅੰਦਰ ਵਸਦਾ ਪਰ ਮੇਰੇ ਪੁੰਨ ਤੋਂ ਪਰੇ ਹੈ। ਉਹ ਮੇਰੇ ਅੰਦਰ ਵਸਦਾ ਹੈ, ਮੇਰੇ ਜ਼ਹਿਰ ਤੇ ਅੰਮ੍ਰਿਤ ਦੋਵਾਂ ਤੋਂ ਪਰੇ ਹੈ। ਮੇਰੇ ਕਿਸੇ ਕਰਮ ਦਾ ਪ੍ਰਭਾਵ ਮੇਰੇ ਵਿੱਚ ਹੁੰਦਿਆਂ ਹੋਇਆਂ ਵੀ ਉਹਦੇ ਉੱਤੇ ਨਹੀਂ ਪੈਂਦਾ। ਇਹ ਉਹਦੀ ਨਿਰਲੇਪ ਅਵਸਥਾ ਹੈ। ਤੋ ਗੁਰੂ ਮਹਾਰਾਜ ਆਖਦੇ ਨੇ ਪੂਰਨ ਘਟ ਘਟ ਪੁਰਖ ਵਿਸ਼ੇਖਾ। ਉਹ ਵਿਸ਼ੇਸ਼ ਕਰਤਾ ਪੁਰਖ ਵਾਹਿਗੁਰੂ ਵਿਸ਼ੇਸ਼ ਰੂਪ ਵਿੱਚ ਸਾਰੇ ਹਿਰਦਿਆਂ ਵਿੱਚ ਨਿਵਾਸ ਰੱਖਦਾ ਹੈ, ਹਰ ਹਿਰਦੇ ਵਿੱਚ ਉਹ ਵਸਦਾ ਹੈ। ਉਸ ਦੀ ਜੋਤ ਸਾਰਿਆਂ ਵਿੱਚ ਹੈ। ਸਰਬ ਜੋਤ ਤੇਰੀ ਪਸਰ ਰਹੀ, ਸਾਰਿਆਂ ਵਿੱਚ ਤੇਰੀ ਜੋਤ ਪਸਰੀ ਹੋਈ ਹੈ। ਜਿਸ ਵਿਸ਼ਵਾਸ ਨਾਲ ਉਹ ਸੰਸਾਰ ਨੂੰ ਰੱਬ ਦਾ ਰੂਪ ਕਰਕੇ ਜਾਣਦਾ ਹੈ, ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੋ ਗੁਰੂ ਮਹਾਰਾਜ ਆਖਦੇ ਨੇ ਵਾ ਰਸ ਮਹਿ ਵਾਹੂ ਸੁਖ ਪਾਇਆ। ਉਸ ਰੱਬੀ ਨਾਮ ਦੇ ਰਸ ਵਿੱਚ ਫਿਰ ਉਸ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਯਾਨੀ ਕਿ ਉਹ ਵਿਕਾਰਾਂ ਦੇ ਝੂਠੇ ਰਸ ਤੋਂ ਬਹੁਤ ਉੱਪਰ ਉੱਠ ਜਾਂਦਾ ਹੈ, ਸੱਚ ਦੇ ਰੱਬੀ ਗੁਣਾਂ ਦੇ ਨਾਮ ਦੇ ਰਸ ਵਿੱਚ ਜੀਣਾ ਸ਼ੁਰੂ ਕਰਦਾ ਹੈ। ਵਾਹ ਰਸ ਮੈਂ ਵਾਹੂ ਸੁਖ, ਸੁਖ ਦਾ ਹੁੰਦਾ ਮਤਲਬ ਹੈ ਆਤਮਿਕ ਤ੍ਰਿਪਤੀ, ਸੈਟਿਸਫਾਈ। ਅੰਦਰੋਂ ਪੂਰੀ ਤਰ੍ਹਾਂ ਨਾਲ ਸੈਟਿਸਫਾਈ ਹੈ, ਤ੍ਰਿਪਤ ਹੈ, ਸੁਖੀ ਹੈ, ਸਹਿਜ ਆਨੰਦ ਵਿੱਚ ਹੈ ਜਦੋਂ ਉਸ ਨੂੰ ਗੁਰੂ ਦੇ ਸ਼ਬਦ ਦਾ ਰਸਤੇ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਅਕਾਲ ਪੁਰਖ ਦੇ ਨਾਮ ਦਾ ਰਸ ਮਿਲ ਜਾਂਦਾ ਹੈ। ਸਵਾਦ ਉਸ ਨੂੰ ਚਖਣ ਵਾਸਤੇ ਪ੍ਰਾਪਤ ਹੁੰਦਾ ਹੈ। ਨਾਨਕ ਲਿਪਤ ਨਹੀਂ ਤੇ ਮਾਇਆ। ਸਤਿਗੁਰੂ ਜੀ ਨਾਨਕ ਛਾਪ ਵਰਤਦਿਆਂ ਹੋਇਆਂ, ਨਾਨਕ ਮੋਹਰ, ਨਾਨਕ ਨਾਮ ਦੀ ਮੋਹਰ ਵਰਤਦਿਆਂ ਹੋਇਆਂ ਕਹਿੰਦੇ ਨੇ ਉਸ ਦੇ ਮਨ ਨੂੰ ਝੂਠ, ਅਡੰਬਰ, ਵਿਕਾਰ ਔਰ ਭੋਗ ਰਸਾਂ ਦੇ ਚਸਕਿਆਂ ਦੀ ਮਾਇਆ ਨਹੀਂ ਵਿਆਪਦੀ। ਇਸ ਬਾਰੇ ਆਪਾਂ ਪਹਿਲੇ ਦੀਵਾਨ ਵਿੱਚ ਸਤਿਗੁਰੂ ਜੀ ਦੇ ਸ਼ਬਦ ਨੂੰ ਵਿਚਾਰਿਆ ਸੀ ਕਿ ਮਾਇਆ ਕਿਸੇ ਇੱਕ ਮਿਥੀ ਹੋਈ ਚੀਜ਼ ਦਾ ਨਾਮ ਨਹੀਂ, ਇਹ ਇੱਕ ਸੁਭਾਅ ਹੈ। ਮਾਇਆ ਦਾ ਭਾਵ ਇੱਕ ਸੁਭਾਅ ਹੈ ਜਿਹੜਾ ਸਾਡੇ ਮਨ ਦੀ ਬਣਤਰ ਨਾਲ ਬਣ ਜਾਂਦਾ ਹੈ। ਕੋਈ ਬਾਹਰ ਦੀ ਚੀਜ਼ ਇਸ ਤਰ੍ਹਾਂ ਮਾਇਆ ਨਹੀਂ। ਉਹ ਕੋਈ ਵੀ ਚੀਜ਼ ਮਾਇਆ ਬਣ, ਧਰਮ ਦਾ ਪਹਿਰਾਵਾ ਵੀ ਬੰਦੇ ਲਈ ਮਾਇਆ ਸਾਬਤ ਹੋ ਜਾਂਦਾ ਹੈ ਜੇ ਉਹਦੇ ਮਨ ਦੀ ਬਣਤਰ ਘਟੀਆ ਬਣ ਜਾਏ। ਹੁਣ ਜੇ ਮੈਂ ਹੋਮਾ ਹੀ ਕਰੀ ਜਾਵਾਂ ਵੀ ਮੈਂ ਇਹਨਾਂ ਪਾਠ ਕਰਦਾ, ਮੈਂ ਇੰਨੀ ਸੇਵਾ, ਤਾਂ ਮੈਨੂੰ ਕਿਸੇ ਹੋਰ ਮਾਇਆ ਤੋਂ ਬਚਣ ਦੀ ਲੋੜ ਹੈ। ਉਹਦੇ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਬੜਾ ਸਪਸ਼ਟ ਕਹਿ ਦਿੱਤਾ। ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਉ ਬੱਧ ਹੈ, ਹਉਮੈ ਕਰਮ ਕਮਾਏ। ਜਿਹੜੀ ਤੁਹਾਨੂੰ ਮਾਨਸਿਕ ਤੌਰ ਉੱਤੇ ਦੁੱਖ ਤੇ ਸੁੱਖ ਦੇ ਛਲਾਵੇ ਵਿੱਚ ਰੱਖ ਕੇ ਹਉਮੈ ਦੇ ਬੰਧਨ ਵਿੱਚ ਮਨ ਨੂੰ ਬੰਨ੍ਹਦਾ, ਉਹ ਕ੍ਰੀਏਟ ਕੀਤੀ ਹੋਈ ਤੁਹਾਡੇ ਅੰਦਰ ਜਿਹੜੀ ਭਾਵਨਾ ਤੇ ਉਪਜਦਾ ਹੋਇਆ ਖਿਆਲ, ਉਹ ਮਾਇਆ ਹੈ। ਤੋ ਬਾਹਰੀ ਕੋਈ ਵੀ ਚੀਜ਼ ਉਹਦਾ ਕਾਰਨ ਬਣ ਸਕਦੀ ਹੈ, ਪਰ ਕਿਸੇ ਇੱਕ ਚੀਜ਼ ਨੂੰ ਗੁਰੂ ਮਹਾਰਾਜ ਨੇ ਮਾਇਆ ਦੇ ਰੂਪ ਵਿੱਚ ਨਹੀਂ ਬਿਆਨ ਕੀਤਾ ਵੀ ਆਹ ਮਾਇਆ ਹੈ, ਇਹਨੂੰ ਛੱਡ ਦਿਓ, ਮਾਇਆ ਹੈ, ਇਸ ਨੂੰ ਛੱਡ ਦਿਓ।
महाराज ने आख्या तुहाडे मन की बनतर बन जाती है, जिथे जाके हर चीज सानू डिस्टर्ब करे, दुखी करे, परेशान करे और विकारां दे चस्के च सुट देवे, वो चीज साडे लई माया साबित हो जाती है। इस माया दे प्रभाव तो तदों असीं मुक्त हुंदे हां, रहत हुंदे हां, जदों सतगुरु दे शब्द राहीं सानू स्वै सोझी हो जाती है, अपने मन दा, अपने जीवन दा ज्ञान हो जाता है। फिर सानू जिस वेले गुरु दे उपदेश राहीं स्वै चिंतन ते स्वै जागृति दी दात प्राप्त हुंदी है, जिन्हों विवेक बुद्ध आख्या है गुरु ग्रंथ साहब महाराज ने, मैं दीजै बुद्ध विवेका। उत्थे जाके मनुख नूं समझ लग गई भी आ चीज मेरे कबूल ते एक्सैप्ट करन योग है, आ चीज छड्डण योग है। इस हिसाब नाल मनुख फिर नाम दी कमाई करदिआं उस सच्चे अकाल पुरख विच अभेद ते इकसुर हो जाता है। सतगुरु सच्चे पातशाह जी किरपा रहमत बख्शिश करन। इस सारे ही श्लोक अते पौड़ी दे जितने भी सतगुरु जी ने बोल बख्शिश कीते ने, इन्हां विच मुख रूप विच सतगुरां ने मत दिती है कि गुरु दे उपदेश राहीं मनुख नूं जीवन जीउण दी संपूर्ण सोझी हो जाती है कि वह दूसरियां लई भी चानण मुनारा बन जाता है, सेध देण वाला हो जाता है। और नाल इह भी आख्या है कि उन्हां मनुखां नूं इह भेत समझ विच आ जाता है जिहड़े गुरु दी संगत, गुरु दी नेड़ता राहीं गुरु दी मत प्राप्त कर लैंदे हन। सतगुरु सच्चे पातशाह जी किरपा बख्शिश करन। सतगुरां दा इह पावन उपदेश साडे जीवन दा हिस्सा बने। होईयां भुल्लां चुक्कां दी खिमा धन गुरु ग्रंथ साहब महाराज सच्चे पातशाह जी बख्शिश करन। सबनां दा धन्नवाद। अदब सत्कार सहित गुरु फतेह प्रवान करो। वाहिगुरू जी का खालसा, वाहिगुरू जी की फतेह।